ਇੱਕ ਓੰਕਾਰ ਸਤ ਗੁਰ ਪ੍ਰਸਾਦ ਮਹਲਾ ਚੌਥਾ ਰਾਗ ਆਸਾ ਘਰ ਛੇਵਾਂ ਕੇ ਤੀਜਾ। ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਵਾਜੈ ਬੇਨ ਗੁਰਮਤਿ ਹਰ ਗੁਣ ਬੋਲੋ ਜੋਗੀ ਇਹੋ ਮਨੁਆ ਹਰ ਰੰਗ ਭੇਨ। ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ। ਰਹਾਉ ਗਾਵੈ ਰਾਗ ਭਾਂਤ ਬਹੁ ਬੋਲੈ ਇਹ ਮਨੁਆ ਖੇਲੈ ਖੇਲ ਜੋਵੈ ਕੂਪ ਸਿੰਚਨ ਕੋ ਬਸੁਧਾ उठ बैल गए चर बेल। काया नगर में कर्म हर बोवो हर जामै हरिया खेत मनुआ अस्थिर बैल मन जोवो हर सिंचो गुरमत जेत। जोगी जंगम श्रेष्ठ सब तुमरी जो देहो मती तित चेल जन नानक के प्रभ अंतर जामी हर लावो मनुआ पेल। ਇਸ ਗੁਰਵਾਕ ਦੁਆਰਾ ਜੋਗੀਆਂ ਆਦਿਕਾਂ ਦੇ ਮਨਮਤ ਹੱਠ ਕਰਮਾਂ ਨੂੰ ਖੰਡਨ ਕਰਕੇ ਸੱਚੀ ਗੁਰਮਤ ਯੋਗ ਸਾਧਨਾ ਵਾਲੇ ਕਰਮ ਦੀ ਵਿਲੱਖਣਤਾ ਨੂੰ ਸਪਸ਼ਟ ਕਰਕੇ ਦ੍ਰਿੜਾਇਆ ਗਿਆ ਹੈ। ਜਿਹੜੀ ਕਿੰਗਰੀ ਦੀ ਤਾਰ ਤੰਤੀ ਨੂੰ ਤੂੰ ਹੇ ਜੋਗੀ ਹੱਥਾਂ ਕਰ ਵਜਾਉਂਦਾ ਹੈ, ਇਸ ਵਿੱਚੋਂ ਬੇਅਸਰੀ ਥੋਥੀ ਅਤੇ ਬੇਸਿਰ ਪੈਰੀ ਬੇਸ਼ੱਕ ਬੇਣ ਵਾਲੀ ਤੰਤੀ ਕਿੰਗਰੀ ਹੀ ਵੱਜਦੀ ਹੈ। ਇਸ ਤੰਤੀ ਵਜਾਉਣ ਦੇ ਥਾਂ ਹੇ ਜੋਗੀ ਗੁਰਮਤਿ ਹਰ ਗੁਣ ਬੋਲੋ। ਗੁਰੂ ਦੀ ਮੱਤ ਗੁਰ ਦੀਖਿਆ ਲੈ ਕੇ ਸਿਫਤ ਸਲਾਹ ਕਰੋ ਤੇ ਗੁਰਮਤਿ ਨਾਮ ਨੂੰ ਜਪੋ। ਇਸ ਮਨੁਏ ਨੂੰ ਵਾਹਿਗੁਰੂ ਦੇ ਰੰਗਾਂ ਵਿੱਚ ਰੰਗੀਜਣ ਭਿਉਣ ਦਾ ਇਹੀ ਇੱਕੋ ਇੱਕ ਤਰੀਕਾ ਹੈ। ਹੇ ਜੋਗੀ ਇਉਂ ਹਰ ਰੰਗਾਂ ਵਿੱਚ ਭਿੱਜ ਕੇ ਫੇਰ ਹੋਰਨਾਂ ਨੂੰ ਹਰ ਮੱਤ ਦਾ ਉਪਦੇਸ਼ ਦੇਵੋ। ਪ੍ਰਥਮੇ ਆਪਣੇ ਮਨ ਨੂੰ ਪ੍ਰਬੋਧ ਕੇ ਫੇਰ ਅਵਰਾਂ ਨੂੰ ਰਿਝਾਵੋ। ਹੇ ਜੋਗੀਓ, ਤੁਸੀਂ ਜੋ ਸ਼ਿਵਜੀ ਗੋਰਖ ਵਾਲੀ ਅਲਪਗ ਆਦੇਸ਼ ਅਲਖ ਜਗਾ ਕੇ ਪਰਸਪਰ ਨਮਸਕਾਰ ਕਰਦੇ ਹੋ, ਜੋਗੀਆਂ ਦੇ ਤਰੀਕੇ ਵਾਲਾ ਪ੍ਰਣਾਮ ਕਰਦੇ ਹੋ, ਸਾਡੀ ਗੁਰਮਤਿ ਦੀ ਆਦੇਸ਼ ਉਸੇ ਇੱਕ ਅਕਾਲ ਪੁਰਖ ਨੂੰ ਹੈ ਜੋ ਜੁਗਾਂ ਜੁਗਾਂਤਰਾਂ ਵਿਖੇ ਸਾਰੇ ਤੇ ਸਾਰਿਆਂ ਵਿੱਚ ਸਮਸਰ ਸਮਾਨ ਹੀ ਵਰਤਦਾ ਚਲਿਆ ਆਇਆ ਹੈ ਅਤੇ ਸਦਾ ਇੱਕ ਸਮਾਨ ਹੀ ਵਰਤਦਾ ਰਹੇਗਾ। ਅਸੀਂ ਸ਼ਿਵਜੀ ਗੋਰਖ ਆਦਿਕ ਅਲਪਗ ਅਵਤਾਰਾਂ ਨੂੰ ਸਮੇਂ-ਸਮੇਂ ਸਿਰ ਬਦਲਦੇ ਅਵਤਾਰਾਂ ਨੂੰ ਨਹੀਂ ਮੰਨਦੇ। ਅਸੀਂ ਤਾਂ ਇੱਕ ਰਸ ਰਹਿਣ ਵਾਲੇ ਆਦਿ ਜੁਗਾਦੀ ਅਤੇ ਸਦੀਵੀ ਈਸ਼ਵਰ ਪਰਮਾਤਮਾ ਨੂੰ ਪ੍ਰਣਾਮ ਆਦੇਸ਼ ਕਰਦੇ ਹਾਂ। ਅਗਲੀਆਂ ਤੁਕਾਂ ਅੰਦਰ ਭਗਤ ਰਾਸ ਪਾਉਣ ਵਾਲੇ ਭਗਤੀਆਂ ਜੰਗਮਾਂ ਨੂੰ ਉਪਦੇਸ਼ ਕਰਦੇ ਹਨ, ਜੋ ਭਾਂਤ-ਭਾਂਤ ਦਾ ਰਾਗ ਅਲਾਪਦੇ ਹਨ ਅਤੇ ਭਾਂਤ-ਭਾਂਤ ਦੀਆਂ ਬੋਲੀਆਂ ਬੋਲਦੇ ਹਨ। ਤਿਨਾਂ ਪ੍ਰਤੀ ਫਰਮਾਉਂਦੇ ਹਨ ਕਿ ਰਾਗ ਤਾਂ ਗਾਉਂਦੇ ਹੋ ਅਤੇ ਬਹੁ ਭਾਂਤੀਆਂ ਬੋਲੀਆਂ ਵੀ ਬੋਲਦੇ ਹੋ, ਪਰ ਤੁਹਾਡੇ ਮਨ ਤਾਂ ਹੋਰ ਹੀ ਖੇਡਾਂ ਖੇਡਦੇ ਫਿਰਦੇ ਹਨ, ਹੋਰ ਹੀ ਤ੍ਰਿਸ਼ਨਾਲੂ ਸੰਕਲਪਾਂ ਵਿਕਲਪਾਂ ਦੀਆਂ ਧਾਵਣੀਆਂ ਧਾਮਦੇ ਫਿਰਦੇ ਹਨ। ਜਿਸ ਪ੍ਰਕਾਰ ਖੂਹ ਤਾਂ ਇਸ ਲਈ ਜੁੰਦੇ ਹਨ ਕਿ ਖੇਤੀ ਨੂੰ ਪਾਣੀ ਮਿਲੇ, ਜਿਸ ਕਰਕੇ ਖੇਤੀ ਹਰੀ ਹੋ ਜਾਏ, ਪਰ ਜੇ ਖੂਹ ਜੋਏ ਬਲਦਾਂ ਨੂੰ ਕਾਬੂ ਵਿੱਚ ਨਾ ਰੱਖਿਆ ਜਾਏ ਤਾਂ ਬਲਦ ਹੀ ਵੇਲਾਂ ਨੂੰ ਖਾ ਜਾਂਦੇ ਹਨ ਅਤੇ ਖੂਹ ਜੋਣ ਦਾ ਸਾਰਾ ਆਹਰ ਮਨੋਰਥ ਹੀ ਬਿਰਥਾ ਜਾਂਦਾ ਹੈ। ਇਸੇ ਪ੍ਰਕਾਰ ਜੇ ਮਨ ਰੂਪੀ ਬਲਦ ਵਸ ਵਿੱਚ ਨਾ ਆਵੇ ਅਤੇ ਇਕਾਗਰ ਨਾ ਹੋਵੇ, ਉੱਤੋਂ ਰਾਗ ਨਾਦ ਕੀਤਾ ਕਾਰਗਰ ਨਹੀਂ ਹੁੰਦਾ। ਹੇ ਜੋਗੀਓ, ਰਾਗ ਨਾਦੀਓ, ਕਾਇਆ ਨਗਰੀ ਦੀ ਬਸੁਧਾ ਧਰਤੀ ਅੰਦਰ ਗੁਰਮਤਿ ਨਾਮ ਰੂਪੀ ਬੀਜ ਨੂੰ ਬੋ ਕੇ ਉਸ ਦੀ ਅਭਿਆਸ ਕਮਾਈ ਵਾਲਾ ਕਰਮ ਗਹਿ ਕੇ ਕਮਾਵੋ। ਤਦ ਇਸ ਹਿਰਦੇ ਰੂਪੀ ਕਾਇਆ ਭੂਮੀ ਅੰਦਰ ਅੰਮ੍ਰਿਤ ਰਸ ਨਾਮ ਦਾ ਜੋਤ ਖਿੜਨੀ ਫਲ ਉਗਵੇਗਾ, ਜੰਮੇਗਾ, ਜਿਸ ਕਰਕੇ ਕਾਇਆ ਸਰੀਰ ਰੂਪੀ ਖੇਤ ਸਦਾ ਹਰਿਆ ਭਰਿਆ ਜੋਤ ਵਿਗਾਸ ਵਿਗਸਾਇਆ ਰਸ ਰਸਾਇਆ ਰਹੇਗਾ। ਇਸ ਬਿਦ ਗੁਰਮਤਿ ਸਿੰਚਨੀ ਸਿੰਚੋ ਕਾਇਆ ਨਗਰ ਭੂਮੀ ਬਸੁਧਾ ਨੂੰ। ਮਨ ਰੂਪੀ ਬੈਲ ਨੂੰ ਅਸਥਿਰ ਕਰਕੇ ਗੁਰਮਤਿ ਨਾਮ ਜਾਪ ਵਿੱਚ ਜੋੜੋ। ਜਿਉਂ-ਜਿਉਂ ਜੋੜੋਗੇ ਤੇ ਜੋੜ ਅਭਿਆਸ ਕਰੀ ਜਾਵੋਗੇ, ਤਿਉਂ ਹੋਰ ਤੋਂ ਹੋਰ ਅਸਚਰਜ ਰੰਗ ਖਿੜਨਗੇ। ਗੁਰੂ ਸੱਚੇ ਪਾਤਸ਼ਾਹ ਫੇਰ ਇਹਨਾਂ ਜੋਗੀਆਂ ਜੰਗਮਾਂ ਦੀ ਤਰਸਯੋਗ ਦਸ਼ਾ ਤੇ ਰਹਿਮ ਕਰਕੇ ਇਉਂ ਸਨਮੁਖ ਪ੍ਰਾਰਥਨਾ ਵਾਹਿਗੁਰੂ ਅੱਗੇ ਕਰਦੇ ਹਨ। ਹੇ ਵਾਹਿਗੁਰੂ, ਇਹ ਜੋਗੀ ਜੰਗਮ ਸਭ ਤੇਰੀ ਹੀ ਸਾਜੀ ਸ੍ਰਿਸ਼ਟੀ ਵਿੱਚੋਂ ਤੇਰੇ ਹੀ ਸਾਜੇ ਹੋਏ ਜੀਵ ਹਨ। ਜਿਵੇਂ ਤੁਸੀਂ ਇਹਨਾਂ ਨੂੰ ਮਤੀ ਦੇਹੋਗੇ ਤਿਵੇਂ ਹੀ ਚੱਲਣਗੇ। ਇਹਨਾਂ ਨੂੰ ਕਿਰਪਾ ਕਰਕੇ ਗੁਰਮਤਿ ਸੁਮਤੀ ਬਖਸ਼ੋ, ਸੱਚੀ ਸੁਮਤੀ ਬਖਸ਼ੋ, ਜਾਂ ਤੇ ਇਹ ਸਿੱਧੇ ਪਰਮਾਰਥੀ ਮਾਰਗ ਤੇ ਚੱਲਣ ਜੋਗੇ ਹੋ ਜਾਣ। ਹੇ ਗੁਰੂ ਨਾਨਕ ਸਾਹਿਬ ਦੇ ਪ੍ਰੀਤਮ ਪ੍ਰਭੂ ਪਿਆਰੇ ਅੰਤਰਜਾਮੀ ਵਾਹਿਗੁਰੂ, ਆਪ ਇਹਨਾਂ ਦਾ ਮਨੁਆ ਪ੍ਰੇਰ ਕੇ ਆਪਣੀ ਔਰ ਆਪਣੇ ਚਰਨਾਂ ਦੀ ਔਰ ਲਾਵੋ, ਜਾਂ ਤੇ ਇਹਨਾਂ ਦੀ ਵੀ ਸੱਚੀ ਗਤੀ ਹੋਵੇ। ਇਹ ਜਾਚਨਾ ਗੁਰੂ ਸਾਹਿਬ ਦੀ ਕੀਤੀ ਹੋਈ ਬਿਰਥੀ ਨਹੀਂ ਜਾਵੇਗੀ। ਇੱਕ ਦਿਨ ਆਵੇਗਾ ਕਿ ਇਹ ਜੋਗੀ ਜੰਗਮ ਆਦਿਕ ਸਾਰੇ ਹੀ ਭੇਖ ਕਰਮੀ
ਮੁੜ-ਮੁੜ ਗੁਰੂ ਸ਼ਰਨਾਗਤ ਆਉਣਗੇ ਅਤੇ ਗੁਰਮਤਿ ਨੂੰ ਮਤ ਕਰਕੇ ਗ੍ਰਹਿਣ ਕਰਨਗੇ ਅਤੇ ਗੁਰਮਤਿ ਨਾਮ ਅਭਿਆਸ ਕਮਾਈਆਂ ਕਰ ਕਰ ਤਰਨਗੇ, ਭਵਜਲ ਤੋਂ ਪਾਰ ਪਰਨਗੇ। ਬੋਲੋ ਭਾਈ ਵਾਹਿਗੁਰੂ। ਗੁਰਮਤਿ ਕਰਮ ਫਿਲਾਸਫੀ ਦੀ ਵਾਰਤਾ ਹੋਰ ਚੱਲੀ। ਆਨਮਤ ਕਰਮਾਂ ਨਾਲੋਂ ਗੁਰਮਤ ਕਰਮ ਦੇ ਅਫਜ਼ਲ ਅਤੇ ਵਿਲੱਖਣ ਹੋਣ ਦਾ ਨਿਰਣਾ ਵੇਰਵਾ ਹੋਰ ਚੱਲਿਆ। ਤਟ ਤੀਰਥ ਨਾ ਛੋੜੈ ਜੋਗ ਸੰਨਿਆਸ, ਪੜ੍ਹ ਥਾਕੇ ਸਿਮਰਿਤ ਬੇਦ ਅਭਿਆਸ। ਸੁਣ ਉਪਦੇਸ਼ ਸਤਿਗੁਰ ਪਹਿ ਆਇਆ, ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇਆ। ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ। ਆਸਾ ਮਹੱਲਾ ਪੰਜਵਾਂ। ਭਾਵ ਮਾਇਆ ਐਸੀ ਮੋਹਣੀ ਹੈ, ਨਾ ਤੀਰਥਾਂ ਦੇ ਤੱਟਾਂ ਤੇ ਰਹਿਣ ਵਾਲਿਆਂ ਨੂੰ ਛੱਡਦੀ ਹੈ, ਨਾ ਤੀਰਥਾਂ ਦੇ ਪੁਰਬੀ ਇਸ਼ਨਾਨ ਕਰਨ ਵਾਲਿਆਂ ਨੂੰ ਛੱਡਦੀ ਹੈ, ਨਾ ਯੋਗ ਅਭਿਆਸੀਆਂ ਨੂੰ ਅਤੇ ਨਾ ਹੋਰ ਸਾਧਨ ਕਰਮ ਕਰਨਹਾਰਿਆਂ ਉੱਤੇ ਮਾਇਆ ਆਪਣਾ ਅਸਰ ਪਾਉਣੋਂ ਰਹਿੰਦੀ ਹੈ। ਨਾ ਸੰਨਿਆਸ ਕਰਮ ਕਰਨਹਾਰੇ ਸੰਨਿਆਸੀਆਂ ਦਾ ਖਹਿੜਾ ਛੱਡਦੀ ਹੈ। ਬਥੇਰੇ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਥੱਕੇ, ਤਿਨਾਂ ਦੇ ਪੜ੍ਹਨਹਾਰਿਆਂ ਅਤੇ ਤਿਨਾਂ ਦੇ ਅਨੁਸਾਰੀ ਕਰਮ ਕਰਨਹਾਰਿਆਂ ਨੂੰ ਵੀ ਇਹ ਮਾਇਆ ਪ੍ਰਬਲ ਹੋ ਕੇ ਲੈਂਦੀ ਹੈ। ਵੇਦ ਅਭਿਆਸੀਆਂ ਅਤੇ ਵੇਦਾਚਾਰੀ ਕਰਮ ਕੀਤਿਆਂ ਵੀ ਇਸ ਮਾਇਆ ਮੋਹਣੀ ਤੋਂ ਛੁਟਕਾਰਾ ਨਹੀਂ ਹੁੰਦਾ। ਮਹਿਮਾ ਮਈ ਗੁਰੂ ਘਰ ਦੀ ਵਡਿਆਈ ਸੁਣ ਕੇ ਸਤਿਗੁਰੂ ਦੁਆਰੇ ਜੋ ਵਡਭਾਗਾ ਜਨ ਆਉਂਦਾ ਹੈ ਅਤੇ ਸ਼ਰਧਾ ਸੇਤੀ ਜਾਚਨਾ ਕਰਦਾ ਹੈ, ਉਸ ਦੇ ਉੱਪਰ ਸਤਿਗੁਰੂ ਦੀ ਦਇਆ ਹੁੰਦੀ ਹੈ, ਤਾਂ ਉਸ ਨੂੰ ਗੁਰੂ ਦੁਆਰਿਓਂ ਗੁਰਮਤਿ ਨਾਮ ਗੁਰਮੰਤਰ ਮਿਲਦਾ ਹੈ ਅਤੇ ਦ੍ਰਿੜਾਇਆ ਜਾਂਦਾ ਹੈ। ਗੁਰਮੰਤਰ ਦੀ ਅਭਿਆਸ ਕਮਾਈ ਕਰਕੇ ਅਤੇ ਗੁਰੂ ਦਰਸਾਏ ਆਨੰਦਿਤ ਗੁਣ ਗਾਏ ਕੇ ਲੋੜੰਦੜੇ ਨਿਜ ਘਰ ਵਿੱਚ ਵਾਸ ਹੋ ਜਾਂਦਾ ਹੈ ਤੇ ਨਿਜ ਘਰ ਵਾਸਾ ਹੋਣ ਕਰ ਆਨੰਦਿਤ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਪੂਰਨ ਨਿਸ਼ਚਿੰਤਤਾ ਇਸ ਪਦ ਨੂੰ ਪ੍ਰਾਪਤ ਕੀਤਿਆਂ ਹੁੰਦੀ ਹੈ। ਇਹ ਵਾਧਾ ਹੈ ਗੁਰਮਤਿ ਕਰਮਾਂ ਦਾ ਆਨਮਤ ਕਰਮ ਕਾਂਡਾਂ ਨਾਲੋਂ। ਕਰਮ ਧਰਮ ਜੁਗਤ ਬਹੁ ਕਰਤਾ, ਕਰਨੈ ਹਾਰ ਨਾ ਜਾਣੈ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਨੈ। ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛਾਨੈ। ਸੰਤ ਸਜਣ ਸੁਨੋ ਸਭ ਮੀਤਾ, ਝੂਠਾ ਇਹ ਪਸਾਰਾ। ਮੇਰੀ ਮੇਰੀ ਕਰ ਕਰ ਡੂਬੇ, ਖਪ ਖਪ ਮੋਏ ਗਵਾਰਾ। ਗੁਰਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਆਸਾ ਘਰ ਤੀਜਾ ਮਹੱਲਾ ਪੰਜਵਾਂ। ਵਿਆਖਿਆ। ਬਹੁਤੇ ਅਤੇ ਅਨੇਕਾਂ ਆਨਮਤ ਕਰਮਾਂ ਧਰਮਾਂ ਦੀਆਂ ਆਪ ਮੁਹਾਰੀਆਂ ਜੁਗਤੀਆਂ ਕੀਤਿਆਂ ਅਤੇ ਅਨੇਕਾਂ ਪ੍ਰਕਾਰ ਦੇ ਕਰਮ ਕਮਾਇਆ ਕਰਨਹਾਰ ਕਰਤਾਰ ਨੂੰ ਨਹੀਂ ਜਾਣ ਪਛਾਣ ਸਕੀਦਾ। ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਅਤੇ ਆਪ ਨਹੀਂ ਕਮਾਉਂਦਾ। ਉਹ ਇਉਂ ਸਮਝੋ ਕਿ ਨਿਰੇ ਨਿਗੁਰੇ ਕਰਮ ਹੀ ਕਰਦਾ ਹੈ। ਗੁਰਮਤਿ ਤਤ ਸ਼ਬਦ ਦੀ ਉਸ ਨੂੰ ਸੂਝ-ਬੂਝ ਨਹੀਂ ਹੁੰਦੀ, ਤਾਂ ਤੇ ਬਿਨ ਤਤ ਸ਼ਬਦ ਦੀ ਸੂਝ-ਬੂਝ ਦੇ ਜਿਤਨੇ ਵੀ ਕਰਮ ਧਰਮ ਸੰਜਮ ਕੋਈ ਕਰਦਾ ਹੈ, ਉਹ ਹਾਥੀ ਵਾਂਗੂ ਆਪਣੇ ਸਿਰ ਤੇ ਖੇ ਹੀ ਪਾਉਂਦਾ ਹੈ ਅਤੇ ਖਾਕ ਹੀ ਛਾਣਦਾ ਹੈ। ਜਿਹਾ ਨੰਗ ਮਲੰਗ ਆਇਆ, ਤਿਹਾ ਹੀ ਨੰਗ ਮਲੰਗ ਜਗ ਤੋਂ ਉੱਠ ਜਾਂਦਾ ਹੈ। ਹਾਸਲ ਉਸ ਨੂੰ ਕੁਝ ਨਹੀਂ ਹੁੰਦਾ। ਸੱਚਮੁੱਚ ਇੱਥੋਂ ਇਸ ਜਗ ਤੋਂ ਨਾਮ ਬਿਨਾਂ ਖੱਟ ਕੇ ਲੈ ਜਾਣ ਨੂੰ ਕੁਝ ਵੀ ਨਹੀਂ। ਇਹ ਸਭ ਝੂਠਾ ਪਸਾਰਾ ਹੀ ਹੈ ਤ੍ਰੈ ਗੁਣੀ ਮਾਇਆ ਦਾ, ਜਿਸ ਪਿੱਛੇ ਸਾਰਾ ਜਗ ਧਾਮਦਾ ਫਿਰਦਾ ਹੈ। ਆਨਮਤ ਕਰਮਾਂ ਧਰਮਾਂ ਵਾਲੇ ਸਾਰੇ ਧਾਮਦੇ ਫਿਰਦੇ ਹਨ। ਐਸੇ ਕਰਮੀਏ ਧਰਮੀਏ ਸਭ ਗਵਾਰ ਲੋਕ ਹਨ, ਜੋ ਐਵੇਂ ਖਪ ਖਪ ਮਰਦੇ ਹਨ ਅਤੇ ਮੈਂ ਮੇਰੀ ਦੇ ਹੱਠ ਧਰਮੀ ਹੱਠ ਕਰਮੀ ਹੜ ਵਿੱਚ ਡੁੱਬ ਡੁੱਬ ਮਰਦੇ ਹਨ। ਜਿਨ੍ਹਾਂ ਨੇ ਗੁਰੂ ਦੁਆਰਾ ਗੁਰਮਤਿ ਨਾਮ ਧਿਆਇਆ ਹੈ, ਤਿਨਾਂ ਦਾ ਹੀ ਨਾਮ ਅਭਿਆਸ ਕਮਾਈਆਂ ਕਰ ਕਰ ਸੱਚਾ ਨਿਸਤਾਰਾ ਪਾਰ ਉਤਾਰਾ ਹੁੰਦਾ ਹੈ। ਆਸਾ ਮਹੱਲਾ ਪੰਜਵਾਂ। ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਸੋ ਅਸਥਾਨ ਬਤਾਵੋ ਮੀਤਾ, ਜਾ ਕੈ ਹਰ ਹਰ ਕੀਰਤਨ ਨੀਤਾ। ਰਹਾਉ। शास्त्र वेद पाप पुण्य विचार, नरक सुर्ग फिर अवतार। ग्रस्त में चिंत उदास अहंकार, कर्म करत जी को जंजार। प्रभ कृपा ते मन वस आया, नानक गुरमुख तरी तिन माया। व्याख्या। ਆਨਮਤੀ ਲੋਕ ਪਹਿਲਾਂ ਤਾਂ ਹਉ ਹਉ ਕਰਦੇ ਹੋਏ ਹਉਮੈ ਦੇ ਲੱਦੇ ਹੋਏ ਤੀਰਥ ਯਾਤਰਾ ਕਰਨ ਜਾਂਦੇ ਹਨ। ਤੀਰਥ ਕੀਤਿਆਂ ਤੇ ਤੀਰਥ ਨਹਾਤਿਆਂ ਹਉਮੈ ਦੀ ਹੋਰ ਦੁੱਗਣੀ ਮੈਲ ਲੱਗ ਜਾਂਦੀ ਹੈ।
ਤਾਂ ਐਸੀ ਤੀਰਥ ਯਾਤਰਾ ਦਾ ਕੀ ਫਾਇਦਾ? ਬੜੇ ਬੜੇ ਵੇਦ ਬੇਤੇ ਪੰਡਤਾਂ ਨੂੰ ਦੇਖੋ, ਪੜਤਾਲੋ, ਤਾਂ ਵਿੱਚੋਂ ਉਹਨਾਂ ਦੇ ਮਾਇਆ ਦੀ ਭੰਗਾਰ ਭਰੀ ਹੋਈ ਹੀ ਮਿਲਦੀ ਹੈ। ਜਿੱਥੇ ਜਾਓ ਤੇ ਜਿਸ ਨੂੰ ਪੁੱਛੋ, ਤਿੱਥੇ ਹਰ ਕਿਸੇ ਦੇ ਅੰਦਰ ਮਾਇਆ ਦਾ ਪਸਾਰਾ ਹੀ ਪਸਰਿਆ ਨਿਕਲਦਾ ਹੈ। ਲੋੜ ਹੈ ਤਾਂ ਐਸੇ ਅਸਥਾਨ ਦੇ ਲੱਭਣ ਦੀ ਲੋੜ ਹੈ ਜਿੱਥੇ ਨਿਤਾ ਪ੍ਰਤੀ ਕੀਰਤਨ ਹੁੰਦਾ ਹੋਵੇ। ਸ਼ਾਸਤਰਾਂ ਤੇ ਵੇਦਾਂ ਵਿੱਚ ਪਾਪ ਪੁੰਨ ਦੇ ਹੀ ਫੋਕਟ ਭੰਗਾਰ ਰੂਪੀ ਵਿਚਾਰ ਭਰੇ ਪਏ ਹਨ। ਤ੍ਰੈਗੁਣੀ ਮਾਇਆ ਦੇ ਟੰਟਿਆਂ ਦਾ ਹੀ ਵਿਸਥਾਰ ਇਹਨਾਂ ਫੋਕਟ ਵਿਚਾਰਾਂ ਵਿੱਚ ਹੁੰਦਾ ਹੈ। ਇਹਨਾਂ ਸ਼ਾਸਤਰ ਵੇਦ ਵਿਸਥਾਰੀ ਕਰਮਾਂ ਦੇ ਕਰਨਹਾਰਿਆਂ ਨੂੰ ਨਰਕਾਂ ਸੁਰਗਾਂ ਵਿੱਚ ਹੀ ਪੈਣਾ ਪੈਂਦਾ ਹੈ। ਵੇਦ ਸ਼ਾਸਤਰਾਂ ਦੇ ਦ੍ਰਿੜਾਏ ਗ੍ਰਸਤ ਧਰਮ ਗ੍ਰਹਿਣ ਕੀਤਿਆਂ ਚਿੰਤਾ ਗ੍ਰਸਤ ਹੀ ਰਹੀਦਾ ਹੈ। ਗ੍ਰਸਤ ਤੋਂ ਉਪਰਾਮ ਹੋ ਕੇ ਗ੍ਰਸਤ ਦਾ ਤਿਆਗ ਵੇਦਾਂ ਸ਼ਾਸਤਰਾਂ ਨੇ ਦ੍ਰਿੜਾਇਆ ਹੈ। ਤਿਸ ਤਿਆਗ ਸੰਨਿਆਸ ਦੇ ਧਾਰਨ ਕੀਤਿਆਂ ਹੰਕਾਰ ਹੀ ਹੰਕਾਰ ਵੱਧਦਾ ਹੈ, ਕੁਛ ਨਹੀਂ ਸਰਦਾ ਸਿਜਦਾ। ਹਰ ਸੂਰਤ ਵੇਦ ਸ਼ਾਸਤਰ ਅਨੁਸਾਰੀ ਕਰਮ ਕੀਤਿਆਂ ਜੀਆਂ ਦੇ ਬੰਧਨਾਂ ਰੂਪੀ ਜੰਜਾਲ ਹੀ ਜੰਜਾਲ ਵੱਧਦੇ ਹਨ। ਜਿਨ੍ਹਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੋਈ ਹੈ, ਤਿਨ੍ਹਾਂ ਨੂੰ ਨਾਮ ਗੁਰ ਦੀਖਿਆ ਗੁਰੂ ਦੁਆਰਿਓਂ ਮਿਲਣ ਕਰ ਗੁਰਮਤਿ ਨਾਮ ਅਭਿਆਸ ਕਮਾਈ ਦੀ ਬਰਕਤ ਪ੍ਰਾਪਤ ਹੋਈ ਹੈ। ਤਿਸ ਬਰਕਤ ਦੁਆਰਾ ਤਿਨ੍ਹਾਂ ਦਾ ਮਨ ਵਸ ਆਇਆ ਹੈ। ਐਸੇ ਮਨ ਵਸਗਤੀ ਗੁਰਮੁਖਾਂ ਨੇ ਮਾਇਆ ਉੱਪਰ ਵੀ ਵਸੀਕਾਰ ਕੀਤਾ ਹੈ। ਤਿਨ੍ਹਾਂ ਨੂੰ ਮਾਇਆ ਪਹੁੰਚਦੀ ਨਹੀਂ। ਐਸੇ ਗੁਰਮੁਖ ਜਨ ਆਏ ਸੰਸਾਰ ਵਿੱਚ ਅਲੇਪ ਨਿਰਲੇਪ ਰਹਿੰਦੇ ਹੋਏ ਮਾਇਆ ਦੇ ਸਮੁੰਦਰ ਭਵਜਲੋਂ ਪਾਰ ਪੈਂਦੇ ਹਨ। ਤਿਨ੍ਹਾਂ ਨੂੰ ਗੁਰੂ ਘਰ ਦੀ ਸਾਧ ਸੰਗਤ ਪ੍ਰਾਪਤ ਹੋਈ ਹੈ, ਜਿਸ ਸਤ ਸੰਗਤ ਵਿੱਚ ਮਿਲ ਕੇ ਹਰ ਕੀਰਤਨ ਗਾਉਣਾ ਨਸੀਬ ਹੁੰਦਾ ਹੈ। ਇਹ ਗੁਰੂ ਘਰ ਦਾ ਹਰ ਕੀਰਤਨ ਅਤੇ ਗੁਰੂ ਘਰ ਦੇ ਕੀਰਤਨੀਆਂ ਦਾ ਕੀਰਤਨ ਮੰਡਲ ਵੱਡੇ ਭਾਗਾਂ ਕਰਕੇ ਮਿਲਦਾ ਹੈ, ਜੋ ਸਾਰੇ ਕਰਮਾਂ ਸਿਰ ਸ੍ਰੇਸ਼ਟ ਅਤੇ ਮਹਾਸ੍ਰੇਸ਼ਟ ਉੱਤਮ ਅਤੇ ਵਿਲੱਖਣ ਕਰਮ ਹੈ, ਜਿਸ ਦੇ ਤੁਲ ਕੋਈ ਕਰਮ ਧਰਮ ਨਹੀਂ ਪੁੱਜ ਸਕਦਾ। ਆਸਾ ਮਹੱਲਾ ਪੰਜਵਾਂ। ਸਗਲ ਸੂਖ ਜਪ ਏਕੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਗੁਰ ਪ੍ਰਸਾਦ ਓਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਏ ਪ੍ਰਗਾਸਾ। ਤਾਕੀ ਗਤ ਮਿਤ ਕਹਿਨ ਨ ਜਾਵੈ ਰਹਾਉ। ਵਰਤ ਨੇਮ ਮੱਜਨ ਤਿਸ ਪੂਜਾ, ਵੇਦ ਪੁਰਾਨ ਤਿਨ ਸਿਮਰਿਤ ਸੁਨੀਜਾ। ਮਹਾ ਪੁਨੀਤ ਜਾਕਾ ਨਿਰਮਲ ਥਾਨ, ਸਾਧ ਸੰਗਤ ਜਾਕੈ ਹਰ ਹਰ ਨਾਮ। ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਿਤ ਪੁਨੀਤ ਤਾਕੀ ਪਗ ਰੇਨ। ਜਾਕੋ ਭੇਟਿਓ ਹਰ ਹਰ ਰਾਏ, ਤਾਕੀ ਗਤ ਮਿਤ ਕਥਨ ਨ ਜਾਏ। ਆਠ ਪਹਿਰ ਕਰ ਜੋੜ ਧਿਆਵੋਂ, ਉਨ ਸਾਧਾਂ ਕਾ ਦਰਸ਼ਨ ਪਾਵੋਂ। ਮੋਹ ਗਰੀਬ ਕੋ ਲੇਹੁ ਰਲਾਏ, ਨਾਨਕ ਆਏ ਪਏ ਸ਼ਰਣਾਏ। ਵਿਆਖਿਆ। ਏਕ ਨਾਮ ਦੇ ਜਪਿਆਂ ਲੋਕ ਪਰਲੋਕ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਵਾਹਿਗੁਰੂ ਦੇ ਗੁਣ ਗਾਉਣ ਵਿੱਚ, ਗੁਰਬਾਣੀ ਰੂਪੀ ਗੁਰਮਤਿ ਗੁਣਾਂ ਦੇ ਕੀਰਤਨ ਕਰਨ ਵਿੱਚ ਸਾਰੇ ਹੀ ਕਰਮ ਧਰਮ ਆ ਜਾਂਦੇ ਹਨ। ਗੁਰੂ ਘਰ ਦੀ ਸਾਧ ਸੰਗਤ ਦਾ ਸੰਗ ਕਰਨਾ ਮਹਾ ਪਵਿੱਤਰ ਕਰਮ ਹੈ, ਜਿਸ ਜਿਹਾ ਕੋਈ ਕਰਮ ਨਹੀਂ। ਇਸ ਕਰਕੇ ਮਹਾ ਪਵਿੱਤਰ ਹੈ ਕਿ ਸਾਧ ਸੰਗਤ ਨੂੰ ਭੇਟਿਆਂ ਵਾਹਿਗੁਰੂ ਦਾ ਨਾਮ ਰੰਗ ਪ੍ਰੇਮ ਰੰਗ ਚੜ੍ਹਦਾ ਹੈ। ਨਾਮ ਦੇ ਪ੍ਰੇਮ ਦੇ ਰੰਗ ਚੜ੍ਹਿਆਂ ਗੁਰ ਪ੍ਰਸਾਦੀ ਉਹ ਆਨੰਦ ਆਉਂਦਾ ਹੈ, ਪ੍ਰਾਪਤ ਹੁੰਦਾ ਹੈ ਕਿ ਜਿਸ ਦੀ ਗਹਿਣਗਤ ਕਹੀ ਨਹੀਂ ਜਾ ਸਕਦੀ। ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਸਿਮਰਨ ਕੀਤਿਆਂ ਮਨ ਅੰਦਰ ਜੋਤੀਸ਼ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋਏ ਆਉਂਦਾ ਹੈ, ਜਿਸ ਜੋਤ ਪ੍ਰਕਾਸ਼ ਦੀ ਮਹਿਮਾ ਵੀ ਅਕਥ ਹੈ, ਕਥੀ ਨਹੀਂ ਜਾ ਸਕਦੀ। ਤਿਸ ਜੋਤ ਪ੍ਰਕਾਸ਼ੀ ਨਾਮ ਅਭਿਆਸੀ ਦੇ ਨਾਮ ਅਭਿਆਸ ਕਰਮ ਵਿੱਚ ਵਰਤ ਨੇਮ ਤੀਰਥਾਂ ਦੇ ਮੱਜਨ ਆਦਿਕ ਕਰਮ ਸਭ ਆ ਗਏ। ਉਸਨੇ ਵੇਦ ਪੁਰਾਣ ਸਿਮਰਤੀਆਂ ਸਭ ਸੁਣ ਲਈਆਂ। ਤਿਸ ਨੂੰ ਨਾ ਵੇਦਾਂ ਦੇ ਪੜ੍ਹਨ ਸੁਣਨ ਦੀ ਲੋੜ ਰਹੀ, ਨਾ ਹੀ ਪੁਰਾਣ ਸ਼ਾਸਤਰ ਸਿਮਰਤੀਆਂ ਦੇ ਪੜ੍ਹਨ ਸੁਣਨ ਦੀ ਕਨੌੜ ਰਹੀ। ਵੇਦਾਂ ਪੁਰਾਣਾਂ ਸਿਮਰਤੀਆਂ ਦੇ ਦ੍ਰਿੜਾਏ ਕਰਮ ਕਰਨ ਦੀ ਲੋੜ ਨਹੀਂ ਰਹੀ। ਸਾਰੇ ਕਰਮ ਨਾਮ ਜਪਣ ਵਿੱਚ ਹੀ ਆ ਗਏ। ਜਿਸ ਜਨ ਦੇ ਅੰਦਰ ਵਾਹਿਗੁਰੂ ਨਾਮ ਦਾ ਨਿਵਾਸ ਹੈ, ਤਿਸ ਨੂੰ ਸਾਧ ਸੰਗਤ ਰੂਪੀ ਮਹਾ ਪਵਿੱਤਰ ਅਤੇ ਨਿਰਮਲ ਅਸਥਾਨ ਮਿਲ ਗਿਆ ਹੈ। ਸਗਲੇ ਭਵਨਾਂ ਵਿੱਚ, 14 ਲੋਕਾਂ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਸੋ ਜਨ ਉੱਗਾ ਹੋ ਗਿਆ ਹੈ, ਤਿਸ ਦੀ ਚਰਨ ਧੂੜੀ ਪਤਿਤਾਂ ਨੂੰ ਪਵਿੱਤਰ ਕਰਨਹਾਰੀ ਹੈ। ਜਿਸ ਨੂੰ ਰਾਇਆਂ ਸਿਰ ਰਾਏ
ਹਰੀ ਰਾਏ ਦਾ ਦਰਸ਼ਨ ਭੇਟ ਹੋ ਗਿਆ ਹੈ। ਤਿਸ ਦੀ ਗਤਮਿਤ ਕਥੀ ਨਹੀਂ ਜਾ ਸਕਦੀ। ਗੁਰੂ ਘਰ ਦੇ ਐਸੇ ਗੁਰਮੁਖ ਸਾਧ ਜਨਾਂ ਦੇ ਦਰਸ਼ਨ ਕਰਦਾ ਹੀ ਰਹਾ, ਜਿਨ੍ਹਾਂ ਦੀ ਸੰਗਤ ਅਤੇ ਦਰਸ਼ਨ ਭੇਟਣ ਦੇ ਪ੍ਰਤਾਪ ਨਾਲ ਐਸੀ ਬਰਕਤ ਕਲਾ ਵਰਤ ਜਾਵੇ ਕਿ ਅੱਠੋ ਪਹਿਰ ਹੱਥ ਜੋੜ ਕੇ ਨਾਮ ਧਿਆਨ ਰੂਪੀ ਅਭਿਆਸ ਕਮਾਈਆਂ ਕਰਾਂ ਅਤੇ ਕਰਦਾ ਨਾ ਥੱਕਾਂ। ਪੰਚੇਸ਼ ਗੁਰੂ ਨਾਨਕ ਸਾਹਿਬ ਗਰੀਬੀ ਮਸਕੀਨੀ ਦੇ ਮੁਜੱਸਮ ਅਵਤਾਰ ਵੀ ਇਹੀ ਅਰਾਧਨਾ ਕਰਦੇ ਹਨ ਕਿ ਅਜਿਹੇ ਗੁਰਮੁਖ ਸਾਧ ਜਨਾਂ ਦਾ ਦਰਸ਼ਨ ਪਾਉਂਦਾ ਰਹਾਂ ਅਤੇ ਆਠ ਪਹਿਰ ਕਰ ਜੋੜ ਧਿਆਉਂਦਾ ਰਹਾਂ। ਤਿੰਨਾਂ ਗੁਰਮੁਖਾਂ ਗੁਰੂ ਕੇ ਸਾਧਾਂ ਸਿੱਖਾਂ ਦੀ ਸ਼ਰਨਾਗਤ ਆਏ ਕਿ ਇਹੀ ਜੋਦੜੀ ਕਰਾਂ ਤੇ ਕਰਦਾ ਰਹਾਂ ਕਿ ਮੇਰੇ ਜਿਹੇ ਗਰੀਬ ਨੂੰ ਵੀ ਆਪਣੀ ਸੰਗਤ ਵਿੱਚ ਰਲਾਏ ਲਵੋ। ਧੰਨ ਗਰੀਬੀ, ਧੰਨ ਗੁਰੂ ਨਾਨਕ ਤੇਰੀ ਗਰੀਬੀ, ਜਿਸਨੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਦਾ ਸਬਕ ਗੁਰਸਿੱਖਾਂ ਨੂੰ ਸਿਖਾਇਆ ਅਤੇ ਖੁਦ ਗਰੀਬੀ ਦੇ ਪੂਰਨੇ ਪਾ ਕੇ ਸਿਖਾਇਆ। ਗੁਰਮਤ ਕਰਮੀਸ਼ਰਾਂ ਦੇ ਗਰੀਬੀ ਗੀਦੇ ਨਿਰਮਾਣ ਤੇ ਨਿਸ਼ਕਾਮ ਕਰਮ ਦੀ ਹੀ ਤੁਲਤਾ ਕਰਮ ਅਭਿਮਾਨੀਆਂ ਦੇ ਕਰਮਾਂ ਨਾਲ ਕਿਵੇਂ ਫੱਬ ਸਕੀਦਾ ਹੈ। ਗੁਰਮਤ ਨਾਮ ਅਭਿਆਸ ਕਰਮ ਆਨਮਤ ਨਿਉਲੀ ਆਦਿ ਕਰਮਾਂ ਤੋਂ ਅਤ ਸ੍ਰੇਸ਼ਟ ਅਤੇ ਬਹੁਤ ਹੀ ਵਿਲੱਖਣ ਕਰਮ ਹੈ। ਤਾਂ ਹੀ ਤਾਂ ਗੁਰਮਤ ਸਰਬੋਤਮੀ ਕਰਮ ਕਰਨ ਵਾਲੇ ਵਾਹਿਗੁਰੂ ਦੀ ਦਰਗਾਹ ਵਿੱਚ ਕਬੂਲ ਹੁੰਦੇ ਹਨ ਅਤੇ ਗਰੀਬੀ ਦੇ ਗੁਣਾਂ ਨਾਲ ਹੀ ਪੈਦੇ ਜਾਂਦੇ ਹਨ। ਤਿਨਾਂ ਨੂੰ ਸੂਖਮ ਤੋਂ ਸੂਖਮ ਅਹੰਕਾਰ ਦਾ ਸੰਕਲਪ ਨਹੀਂ ਉਤਪੰਨ ਹੁੰਦਾ। ਤਿਨਾਂ ਨੂੰ ਇਹ ਵੀ ਪ੍ਰਤੀਤ ਨਹੀਂ ਹੁੰਦਾ, ਇਹ ਵੀ ਸੋਝੀ ਤਿਨਾਂ ਨੂੰ ਨਹੀਂ ਰਹਿੰਦੀ ਕਿ ਮੈਂ ਕਰਮ ਕਰਨਹਾਰਾ ਹਾਂ। ਵਾਹਿਗੁਰੂ ਦੀ ਨਦਰ ਮਿਹਰ ਵੀ ਉਹਨਾਂ ਦੇ ਸਨਮੁਖ ਹੁੰਦੀ ਹੈ। ਨਾਮ ਰਤਿਆਂ ਨੂੰ ਭਲਾ ਹੋਰ ਸੰਕਲਪ ਕੀ ਕਹੋ। ਜੇ ਲਖ ਕਰਮ ਕਮਾਈਆਂ ਕਿਛ ਪਵੈ ਨ ਬੰਧਾ, ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ। ਆਸਾ ਘਰ 8ਵਾਂ ਕਾਫੀ ਮਹੱਲਾ 5ਵਾਂ। ਭਾਵ ਭਾਵੇਂ ਅਨਮਤ ਕਰਮਾਂ ਨੂੰ ਕਮਾਈਏ ਅਤੇ ਸਾਰੀ ਉਮਰ ਕਮਾਈ ਹੀ ਜਾਈਏ, ਪਰ ਕਰਮ ਕਾਂਡੀਆਂ ਦੀ ਤ੍ਰਿਸ਼ਨਾ ਦੁਬਿਧਾ ਨੂੰ ਬੰਨ ਨਹੀਂ ਪੈਂਦਾ, ਸਗੋਂ ਵੱਧਦੀ ਹੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖਾਂ ਨੇ ਕੇਵਲ ਨਾਮ ਅਭਿਆਸ ਨੂੰ ਆਪਣੀ ਟੇਕ ਬਣਾਇਆ ਹੈ। ਹੋਰ ਸਭ ਧੰਦਬੰਦੀ ਕਰਮ ਕਰਨੇ ਤਿਆਗ ਦਿੱਤੇ ਹਨ। ਕੇਵਲ ਨਾਮ ਜਪਣ ਨਾਲ ਹੀ ਤ੍ਰਿਸ਼ਨਾ ਦੁਬਿਧਾ ਮਿਟਦੀ ਹੈ, ਹੋਰ ਕਿਸੇ ਕਰਮਾਂ ਦੇ ਕੀਤਿਆਂ ਨਹੀਂ ਮਿਟਦੀ। ਤਾਂ ਤੇ ਇਹ ਗੁਰਮਤ ਨਾਮ ਅਭਿਆਸ ਕਰਮ ਹੀ ਸਭ ਕਰਮਾਂ ਤੋਂ ਸ੍ਰੇਸ਼ਟ ਅਤੇ ਅਫਜ਼ਲ ਹੋਇਆ। ਤਾਂ ਤੇ ਇਸ ਸਿੱਟੇ ਦੀ ਸੱਚਾਈ ਵਾਲੀ ਗੌਰਵਤਾ ਦੇ ਮੰਨਣ ਵਿੱਚ ਕੋਈ ਸੰਦੇਹ ਨਹੀਂ ਰਿਹਾ। ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ। ਸਗੁਨ ਅਪਸਗੁਨ ਤਿਸ ਕੋ ਲੱਗੈ, ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ, ਜੋ ਹਰ ਪ੍ਰਭ ਭਾਵੈ। ਪੁੰਨ ਦਾਨ ਜਪ ਤਪ ਜੇਤੇ ਸਭ ਊਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ, ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨ ਥੀਆ। ਵਿਆਖਿਆ। ਵਾਹਿਗੁਰੂ ਸਿਫਤ ਸਲਾਹ ਭਿੰਨਾ, ਵਾਹਿਗੁਰੂ ਜਸਮਈ ਗੁਰਬਾਣੀ ਦਾ ਕੀਰਤਨ ਗਾਇਆਂ ਅਤਿਅੰਤ ਸਹਿਜ ਸੁਖਮਈ ਆਨੰਦ ਦਾ ਲੁਤਫ ਉਠਾਈਦਾ ਹੈ। ਸਤਿਗੁਰੂ ਨੇ ਆਪਣੇ ਗੁਰੂ ਘਰ ਦਾ ਮਿਲਕ ਮਖਸੂਸੀ ਨਾਮ ਦੇ ਕੇ ਰਾਹੂ ਕੇਤੂ ਆਦਿਕ ਸਾਰੇ ਹੀ ਗ੍ਰਹਾਂ ਨੂੰ ਨਿਵਾਰ ਦਿੱਤਾ। ਸਗਨ ਅਪਸਗਨ ਤਿਸ ਨੂੰ ਹੀ ਲੱਗਦੇ ਹਨ ਜਿਸ ਨੂੰ ਵਾਹਿਗੁਰੂ ਨਾਮ ਚਿੱਤ ਨਹੀਂ ਆਉਂਦਾ। ਵਾਹਿਗੁਰੂ ਨਾਮ ਦੇ ਚੇਤਣ ਵਾਲਿਆਂ ਨੂੰ ਕੋਈ ਬਦ ਸਗਨ ਨਹੀਂ ਪਾਉਂਦਾ। ਆਨਮਤ ਕਰਮ ਕਾਂਡੀਆਂ ਨੂੰ ਹੀ ਆਨਮਤ ਕਰਮਾਂ ਦੇ ਕੀਤਿਆਂ ਮਾੜੇ ਸਗਨ ਪਾਉਂਦੇ ਹਨ। ਜੋ ਜਨ ਵਾਹਿਗੁਰੂ ਦੀ ਮਨਜ਼ੂਰੇ ਨਜ਼ਰ ਹੋ ਗਿਆ ਹੈ, ਵਾਹਿਗੁਰੂ ਦੀ ਦਰਗਾਹੇ ਮਕਬੂਲ ਹੋ ਗਿਆ ਹੈ, ਤਿਸ ਦੇ ਜਮ ਨੇੜੇ ਵੀ ਨਹੀਂ ਆਉਂਦਾ। ਨਾਮ ਅਭਿਆਸੀ ਕਰਮੀ ਜਨ ਹੀ ਹਰ ਦਰਗਾਹ ਅੰਦਰ ਕਬੂਲ ਪਏ ਹਨ। ਪੁੰਨ ਦਾਨ ਜਪ ਤਪ ਜੇਤੇ ਵੀ ਆਨਮਤ ਕਰਮ ਹਨ। ਸਭਨਾਂ ਦੇ ਉੱਤੋਂ ਹੀ ਵਾਹਿਗੁਰੂ ਨਾਮ ਅਭਿਆਸ ਕਰਮ ਹੈ। ਜੋ ਜਨ ਰਸਨਾ ਨਾਲ ਨਾਮ ਜਪਦਾ ਹੈ, ਵਾਹਿਗੁਰੂ ਨਾਮ ਨੂੰ, ਤਿਸ ਦੇ ਸਭ ਅਰਥ ਪਰਮਾਰਥੀ ਮਨੋਰਥ ਪੂਰੇ ਹੋ ਜਾਂਦੇ ਹਨ, ਕਦੇ ਅਧੂਰੇ ਨਹੀਂ ਰਹਿੰਦੇ। ਨਿਸ਼ਚੇ ਕਰ ਜਾਣੋ ਇਸ ਗੱਲ ਨੂੰ, ਤਿਸ ਦੇ ਭੈ ਤੇ ਮਮਤਾਮਈ ਮੋਹ ਸਭ ਮੁੱਕ ਜਾਂਦੇ ਹਨ, ਬਿਨਸ ਜਾਂਦੇ ਹਨ ਅਤੇ ਸਗਲੇ ਅਗਿਆਨ ਭਰਮ ਵੀ ਦੂਰ ਹੋ ਜਾਂਦੇ ਹਨ। ਤਿਸ ਜਨ ਨੂੰ ਓਪਰਾ ਪਰਾਇਆ ਅਤੇ ਬਿਗਾਨਾ ਕੋਈ ਦਿਸਦਾ ਹੀ ਨਹੀਂ।
ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਆਪ ਹੱਥ ਦੇ ਕੇ ਰੱਖਦਾ ਹੈ। ਤਿਨਾਂ ਨੂੰ ਕੋਈ ਵੀ ਦੁੱਖ ਨਹੀਂ, ਵਿਘਨ ਨਹੀਂ ਵਿਆਪਦਾ। ਐਸੀ ਫਜ਼ੀਲਤ ਹੈ ਗੁਰਮਤਿ ਨਾਮ ਕਰਮ ਦੀ। ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਲਿਵ ਲਾਉ ਰਹਾਉ। ਵੇਦ ਸ਼ਾਸਤਰ ਜਨ ਧਿਆਵੈ, ਤਰਨ ਕੋ ਸੰਸਾਰ, ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਆਸਾ ਮਹਲਾ ਪੰਜਵਾਂ। ਗੁਰਮਤਿ ਪ੍ਰਮਾਣਿਕ ਕਰਮ ਇੱਕੋ ਇੱਕ ਇਹੀ ਹੈ ਕਿ ਹਰ ਹਰ ਨਾਮ ਨੂੰ ਧਿਆਇਆ ਜਾਏ, ਅਰਥਾਤ ਕੇਵਲ ਗੁਰਮਤਿ ਨਾਮ ਦਾ ਹੀ ਅਭਿਆਸ ਕੀਤਾ ਜਾਵੇ। ਲੋਕ ਵਿੱਚ ਵੀ, ਪਰਲੋਕ ਵਿੱਚ ਵੀ, ਅਰਥਾਤ ਇਸ ਜਹਾਨ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ ਸਦਾ ਸਹਾਈ ਅਤੇ ਸਦਾ ਸੰਗ ਰਹਿਣ ਵਾਲਾ ਇਹੀ ਇੱਕੋ ਨਾਮ ਅਭਿਆਸ ਕਰਮ ਹੀ ਹੈ। ਇੱਕ ਅਕਾਲ ਪੁਰਖ ਦੇ ਨਾਲ ਲਿਵ ਲਾਉਣ ਵਾਲਾ ਵੀ ਇਹੀ ਕਰਮ ਹੈ। ਸੰਸਾਰ ਸਾਗਰ ਦੇ ਤਰਨ ਖਾਤਰ ਆਮ ਲੋਕ ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਦੇ ਹਨ। ਵੇਦਾਂ ਸ਼ਾਸਤਰਾਂ ਵਿੱਚ ਦੜਾਏ ਗਏ ਅਨੇਕ ਕਰਮ ਧਰਮ ਕਿਰਿਆ ਦੇ ਉੱਪਰ ਦੀ ਕਰਨ ਯੋਗ ਸ੍ਰੇਸ਼ਟ ਕਰਮ ਇੱਕੋ ਨਾਮ ਅਭਿਆਸ ਜਪ ਕਰਮ ਹੀ ਹੈ। ਹੋਰ ਸਭ ਕਰਮ ਏਦੋਂ ਹੇਠਾਂ ਹਨ। ਆਨਮਤ ਕਰਮਾਂ ਦੇ ਕੀਤਿਆਂ ਵਾਹਿਗੁਰੂ ਦੇ ਦਰਸ਼ਨ ਦੀ ਪ੍ਰਾਪਤੀ ਨਹੀਂ ਹੁੰਦੀ। ਦਰਸ਼ਨ ਪ੍ਰਾਪਤੀ ਹੁੰਦੀ ਹੈ ਤਾਂ ਕੇਵਲ ਗੁਰਮਤਿ ਨਾਮ ਦੀ ਅਭਿਆਸ ਕਮਾਈ ਕੀਤਿਆਂ ਹੁੰਦੀ ਹੈ। ਯਥਾ ਗੁਰਵਾਕ ਸਿਮਰਿਤ ਸ਼ਾਸਤਰ ਬਹੁ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ, ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਆਸਾ ਮਹਲਾ ਪੰਜਵਾਂ। ਅਰਥ ਵਿਆਖਿਆ। ਸਿਮਰਤੀਆਂ ਅਤੇ ਸ਼ਾਸਤਰਾਂ ਦੇ ਦੱਸੇ ਹੋਏ ਬਥੇਰੇ ਕਰਮ ਕਰ ਕਰ ਦੇਖੇ। ਆਨਮਤੀ ਅਵਲੰਬੀ ਲੋਕ ਬਥੇਰੇ ਇਹ ਆਨਮਤ ਕਰਮ ਕਰ ਕਰ ਹੰਭ ਥੱਕੇ, ਪਰੰਤੂ ਇਹਨਾਂ ਕਰਮਾਂ ਦੇ ਕਰਨ ਕਰ ਸੱਚਾ ਸੁਖ ਨਹੀਂ ਲੱਭਦਾ। ਸੁਖ ਹੈ ਵਾਹਿਗੁਰੂ ਦੀ ਪ੍ਰਾਪਤੀ। ਹੇ ਵਾਹਿਗੁਰੂ, ਤੇਰੇ ਦਰਸ਼ਨ ਬਿਨਾ ਸੁਖ ਨਹੀਂ। ਹੋਰ ਆਨਮਤ ਦੇ ਦੜਾਏ ਹੋਏ ਵਰਤ ਨੇਮ ਸੰਜਮ ਆਦਿਕ ਕਰਮ ਕਰ ਕਰ ਬਥੇਰੇ ਆਨਮਤੀ ਲੋਕ ਵਿਗੁਚ ਰਹੇ। ਕਿਸੇ ਕਰਮ ਦੇ ਵੀ ਕਰਨ ਕਰਕੇ ਰੱਬ ਨਹੀਂ ਲੱਭਿਆ, ਨਾ ਲੱਭ ਸਕਦਾ ਹੈ। ਪਰੰਤੂ ਗੁਰੂ ਨਾਨਕ ਦੇ ਘਰ ਦੇ ਅਭਿਆਸੀ ਗੁਰਮੁਖ ਸਿੱਖਾਂ ਸਾਧਾਂ ਦੀ ਸ਼ਰਨੀ ਪਿਆਂ ਅਤੇ ਸੰਗਤ ਕੀਤਿਆਂ ਵਾਹਿਗੁਰੂ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਵਾਹਿਗੁਰੂ ਦੇ ਸੰਗ ਹੀ ਵਸਣ ਲੱਗ ਜਾਈਦਾ ਹੈ। ਐਸਾ ਹੈ ਗੁਰਮਤਿ ਨਾਮ ਅਤੇ ਗੁਰਮੁਖ ਜਨ ਨਾਮ ਅਭਿਆਸੀਆਂ ਦੀ ਸੰਗਤ ਦਾ ਫਲ, ਜੋ ਆਨਮਤ ਕਰਮੀਆਂ ਧਰਮੀਆਂ ਦੀ ਸੰਗਤ ਤੋਂ ਕਦੇ ਪ੍ਰਾਪਤ ਨਹੀਂ ਹੁੰਦਾ। ਬਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੈ, ਪਕਰ ਕੇਸ ਜਮ ਉਠਾਰਿਓ, ਤਦ ਹੀ ਘਰ ਜਾਵੈ। ਲੋਭ ਬਿਖਿਆ ਬਿਖੈ ਲਾਗੇ, ਹਿਰਵਿਤ ਚਿਤ ਦੁਖਾਹੀ, ਖਿਨ ਭੰਗੁਨਾ ਕੈ ਮਾਨ ਮਾਤੇ, ਅਸੁਰ ਜਾਣੈ ਨਾਹੀ ਰਹਾਉ। ਵੇਦ ਸ਼ਾਸਤਰ ਜਨ ਪੁਕਾਰੈ, ਸੁਨੈ ਨਾਹੀ ਡੋਰਾ, ਨਿਪਟ ਬਾਜੀ ਹਾਰ ਮੂਕਾ, ਪਛਤਾਇਓ ਮਨ ਭੋਰਾ। ਡਾਨ ਸਗਲ ਗੈਰ ਵਜੈ ਭਰਿਆ, ਦੀਵਾਨ ਲੇਖੈ ਨਾ ਭਰਿਆ, ਜਿਹ ਕਾਰਜ ਰਹੈ ਓਲਾ, ਸੋਏ ਕਾਮ ਨਾ ਕਰਿਆ। ਐਸੋ ਜਗ ਮੋਹਿ ਗੁਰ ਦਿਖਾਇਓ, ਤਉ ਏਕ ਕੀਰਤ ਗਾਇਆ, ਮਾਨ ਤਾਨ ਤਜ ਸਿਆਨਪ, ਸ਼ਰਨ ਨਾਨਕ ਆਇਆ। ਆਸਾ ਮਹਲਾ ਪੰਜਵਾਂ। ਵਿਆਖਿਆ। ਜਿਹੜਾ ਪੁਰਸ਼ ਵਿਕਾਰਾਂ ਅਤੇ ਮਾਇਆ ਮੋਹ ਦੇ ਮਦ ਨਸ਼ੇ ਵਿੱਚ ਮਦਹੋਸ਼ ਹੋਇਆ ਕੂਕ ਸੁੱਤਾ ਪਿਆ ਹੈ, ਉਸ ਨੂੰ ਕਰਮ ਸੁਕਰਮ ਮੰਦੇ ਚੰਗੇ ਕਰਮ ਕਰਨ ਦੀ ਕੋਈ ਸੂਝ-ਬੂਝ ਹੋਸ਼ ਤਮੀਜ਼ ਨਹੀਂ ਰਹਿੰਦੀ। ਉਹ ਇਸ ਮਦਹੋਸ਼ੀ ਵਿੱਚ ਅੰਨੇ ਵਾਹ ਮੰਦ ਕਰਮ ਹੀ ਕਰੀ ਜਾਂਦਾ ਹੈ। ਵਾਲਾਂ ਬੋਦੀਆਂ ਨੂੰ ਫੜ ਕੇ ਜਦੋਂ ਜਮ ਉਸ ਨੂੰ ਉਠਾਉਂਦਾ ਹੈ, ਤਦੋਂ ਹੀ ਉਹ ਹੋਸ਼ ਦੇ ਘਰ ਵਿੱਚ ਆਉਂਦਾ ਹੈ ਅਤੇ ਅੱਖੀਆਂ ਖੋਲ ਕੇ ਜਾਗਦਾ ਹੈ। ਉਕਤ ਮਦਹੋਸ਼ੀ ਤੋਂ ਹੋਸ਼ ਵਾਲੇ ਠਿਕਾਣੇ ਘਰ ਜਾਂਦਾ ਹੈ। ਜਿਹੜੇ ਲੋਕ ਵਿਸ਼ਿਆਂ ਵਿਖੇ ਰਸ ਲੋਭ ਵਿੱਚ ਲੱਗੇ ਹੋਏ ਹੋਰ ਲੋਕਾਂ ਦੇ ਧਨ ਮਾਲ ਹਿਰ ਕੇ ਚੁਰਾ ਕੇ ਉਹਨਾਂ ਦੇ ਚਿੱਤ ਦੁਖਾਉਂਦੇ ਹਨ, ਉਹ ਮੂੜ ਰਾਖਸ਼ ਲੋਕ ਖਿਨ ਭੰਗਰੀ ਸਵਾਦ ਵਾਲੀਆਂ ਅਤੇ ਖਿਨ ਵਿੱਚ ਨਾਸ ਹੋਣ ਵਾਲੀਆਂ ਵਸਤਾਂ ਦੇ ਕੁੜਾਵੇ ਮਾਣ ਵਿੱਚ ਮੱਤੇ ਹੋਏ ਸਮਝਦੇ ਨਹੀਂ, ਖੋਟੇ ਕਰਮ ਕਰੀ ਹੀ ਜਾਂਦੇ ਹਨ। ਜਿਹੜੇ ਗੁਰਬਾਣੀ ਅਤੇ ਗੁਰਦੀਖਿਆ ਕੀਰਤਨ ਸਿਫਤ ਸਲਾਹ ਰੂਪੀ ਸੱਚੇ ਵੇਦ ਸ਼ਾਸਤਰਾਂ ਨੂੰ ਗੁਰਮੁਖ ਜਨ ਖਾਸ ਸਤਿਗੁਰੂ ਸਾਹਿਬਾਨ ਪੁਕਾਰ ਪੁਕਾਰ ਕੇ ਸੁਣਾਉਂਦੇ ਹਨ, ਸਿਖਾਉਂਦੇ ਹਨ, ਤਿਨਾਂ ਸੱਚੜੇ ਗੁਰੂ ਘਰ ਦੇ ਦਰਸਾਏ ਵੇਦ ਸ਼ਾਸਤਰਾਂ ਨੂੰ ਤਾਂ ਸੁਣਦਾ ਨਹੀਂ, ਜਾਣ ਬੁੱਝ ਕੇ ਬੋਲਾ ਬਣ ਜਾਂਦਾ ਹੈ ਅਤੇ ਤ੍ਰੈਗੁਣੀ ਮਾਇਆ ਮੋਹ ਵਾਲੇ ਆਨਮਤ ਵੇਦਾਂ ਸ਼ਾਸਤਰਾਂ ਦੀ ਕੁਸਿੱਖਿਆ ਵਾਲੇ
ਅਕਰਮਾਂ ਨਾਲ ਟੱਕਰਾਂ ਮਾਰਦਾ ਹੈ। ਜਦੋਂ ਨਿਖੁੱਟੇ ਜੀਵਨ ਦੀ ਬਾਜ਼ੀ ਖੇਡ ਨੂੰ ਮੂਲੋਂ ਹੀ ਉੱਕੀ ਹੀ ਹਾਰ ਬਹਿੰਦਾ ਹੈ, ਤਦੋਂ ਉਹ ਭੋਲਾ ਪੁਰਸ਼ ਮਨ ਵਿੱਚ ਪਛਤਾਉਂਦਾ ਹੈ। ਅਗਿਆਨਤਾ ਦੇ ਭੋਲੇਪਨ ਕਮਲਊ ਵਿੱਚ ਕੀਤੇ ਕਰਮਾਂ ਦਾ ਡੰਨ ਅਕਾਰਨ ਅਰਥਾਤ ਬਿਰਥਾ ਗੈਰ ਵਜ੍ਹਾ ਹੀ ਭਰਦਾ ਹੈ ਅਤੇ ਸੱਚ ਦੀ ਸੱਚੀ ਹਜ਼ੂਰੀ ਵਾਲੇ ਦੀਵਾਨ ਵਿੱਚ ਕਿਸੇ ਲੇਖੇ ਨਾ ਪਿਆ, ਨਾ ਹੀ ਉਸ ਦੇ ਕਰਮ ਕੀਤੇ ਲੇਖੇ ਪਏ। ਜਿਸ ਸੱਚੜੇ ਕਰਮ ਦੇ ਕੀਤਿਆਂ ਉਸ ਦਾ ਓਹਲਾ ਰਹਿ ਜਾਂਦਾ, ਪਰਦਾ ਢਕਿਆ ਜਾਂਦਾ, ਉਹੀ ਕੰਮ ਸੱਚੜਾ ਗੁਰਮਤਿ ਨਾਮ ਅਭਿਆਸ ਵਾਲਾ ਉਸਨੇ ਨਾ ਕਰਿਆ, ਉਸ ਤੋਂ ਨਾ ਸਰਿਆ। ਅਜਿਹੇ ਕੁੜਾਵੇ ਕਰਮਾਂ ਵਿੱਚ ਖੱਚਤ ਹੋਏ ਵੇ ਸੰਸਾਰ ਅਤੇ ਸੰਸਾਰੀਆਂ ਨੂੰ ਦੇਖ ਕੇ ਦਰਵੀ ਭੂਤ ਹੋਏ ਵੇ ਸੱਚੜੇ ਖੋਜੀ ਜਾਂਦੇ ਮਨ ਨੂੰ ਇਬਰਤ ਆਈ ਤਾਂ ਗੁਰੂਦੁਆਰੇ ਹੋਏ ਕੇ ਏਕੋ ਸੱਚੇ ਸਾਹਿਬ ਵਾਹਿਗੁਰੂ ਨੂੰ ਸੰਭਾਲਿਆ ਅਤੇ ਉਸ ਦਾ ਕੀਰਤਨ ਸੱਚੜਾ ਸੋਹਿਲਾ ਗਾਇਆ ਅਤੇ ਇਸ ਹਰ ਕੀਰਤੀ ਸਿਫਤ ਸੋਹਿਲੇ ਦੁਆਰਾ ਉਸ ਨੂੰ ਸਲਾਹਿਆ। ਮਾਨ ਤਾਨ ਸਗਲ ਸਿਆਣਪ ਤਜ ਕੇ ਗੁਰੂ ਨਾਨਕ ਦੀ ਸ਼ਰਨੀ ਆਇਆ ਅਤੇ ਨਿਰਮਾਣ ਨਿਸ਼ਕਾਮ ਗੁਰਮਤਿ ਨਾਮ ਅਭਿਆਸ ਕਰਮ ਨੂੰ ਕਮਾਇਆ ਤਾਂ ਘਾਲ ਥਾਂ ਪਈ ਤੇ ਲੇਖੇ ਲੱਗੀ। ਇਹ ਫਰਕ ਹੈ ਆਨਮਤ ਕਰਮਾਂ ਦੇ ਕਰਨ ਦਾ ਅਤੇ ਗੁਰਮਤਿ ਕਰਮ ਦੇ ਕਮਾਉਣ ਦਾ। ਉਹ ਕੁਲੇਖੇ ਜਾਂਦੇ ਹਨ ਅਤੇ ਇਹ ਲੇਖੇ ਪੈਂਦੇ ਹਨ। ਆਸਾ ਮਹੱਲਾ ਪਹਿਲਾ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੈ ਰਾਹ ਨ ਪਾਈ, ਬਿਨ ਬੂਝੇ ਕੋ ਥਾਏ ਨ ਪਾਈ, ਨਾਮ ਬਿਹੂਣੈ ਮਾਥੇ ਛਾਈ। ਸਾਚ ਧਣੀ ਜਗ ਆਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ। ਰਹਾਓ। ਜਗ ਮੋਹ ਬਾਧਾ ਬਹੁਤੀ ਆਸਾ, ਗੁਰਮਤੀ ਇਕ ਭਏ ਉਦਾਸਾ, ਅੰਤਰ ਨਾਮ ਕਮਲ ਪਰ ਗਾਸਾ, ਤਿਨ ਕੋ ਨਾਹੀ ਜਮ ਕੀ ਤਰਾਸਾ। ਜਗ ਤ੍ਰੈ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਿਸਾਰੀ, ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਗੁਰ ਸੇਵੇ ਕਰਨੀ ਸਾਰੀ। ਬਾਹਰੋਂ ਹਉਮੈ ਕਹੈ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ। ਧਾਵਤ ਰਾਖੈ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ, ਗੁਰ ਬਿਨ ਭੂਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ। ਰੂੜੋ ਕਹੋਂ ਨ ਕਹਿਆ ਜਾਈ, ਅਕਥ ਕਥੋਂ ਨਹਿ ਕੀਮਤ ਪਾਈ, ਸਭ ਦੁਖ ਤੇਰੇ ਸੂਖ ਰਜ਼ਾਈ, ਸਭ ਦੁਖ ਮੇਟੇ ਸਾਚੈ ਨਾਈ। ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁਝੈ ਤਾਂ ਸੱਚ ਨਿਹਾਲਾ, ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ। ਤ੍ਰਿਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ, ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧਨ ਸਵਾਰਨ ਹਾਰਾ। ਵਿਆਖਿਆ। ਭਾਵੇਂ ਕੋਈ ਕਿਤਨੇ ਜਪ ਤਪ ਮਨ ਉਕਤ ਚਤੁਰਾਈ ਕਰ ਲਵੇ, ਪਰ ਉਸ ਨੂੰ ਸੁਮਾਰਗ ਸਿੱਧਾ ਰਾਹ ਪਰਮਾਰਥ ਦਾ ਨਹੀਂ ਮਿਲ ਸਕਦਾ, ਐਵੇਂ ਔਜੜ ਹੀ ਭਰਮਦਾ ਹੈ। ਸੱਚੇ ਸੁਮਾਰਗ ਪਰਮਾਰਥ ਦੇ ਤਤ ਮਾਰਗ ਦੇ ਬੂਝੇ ਬਿਨਾ ਅਤੇ ਬੁੱਝ ਕੇ ਉਸ ਮਾਰਗ ਉੱਤੇ ਚੱਲੇ ਬਿਨਾ ਕਿਸੇ ਦੀ ਘਾਲ ਥਾਂ ਨਹੀਂ ਪੈਂਦੀ। ਨਾਮ ਬਿਹੂਣੇ ਹੂਰਤ ਜਪ ਨੇਮ ਆਦਿ ਕਰਨ ਵਾਲੇ ਪ੍ਰਾਣੀ ਦੇ ਮੱਥੇ ਛਾਈ ਹੀ ਪੈਂਦੀ ਹੈ, ਕੱਖ ਪ੍ਰਾਪਤੀ ਨਹੀਂ ਹੁੰਦੀ। ਮਾਥੇ ਛਾਈ ਪੈਣ ਵਾਲੇ ਕਰਮਾਂ ਦੇ ਕੀਤਿਆਂ ਆਵਾ ਗਾਉਣ ਦੇ ਗੇੜ ਵਿੱਚ ਹੀ ਪਈਦਾ ਹੈ। ਗੁਰਮਤਿ ਨਾਮ ਦੇ ਸੱਚੇ ਕਰਮ ਕਰਨ ਹਾਰੇ ਅਭਿਆਸੀ ਜਨ ਆਵਾ ਗਾਉਣੀਏ ਗੇੜ ਵਾਲੇ ਕਰਮ ਕਦੇ ਨਹੀਂ ਕਮਾਉਂਦੇ। ਇਹ 84 ਦੇ ਜੀਵਾਂ ਦਾ ਕੰਮ ਹੈ ਕਿ ਅਜਿਹੇ ਕਰਮਾਂ ਵਿੱਚ ਪ੍ਰਵਿਰਤ ਹੋਣ। ਨਾਮ ਅਭਿਆਸ ਕਮਾਈ ਵਾਲੇ ਗੁਰਮੁਖ ਜਨ ਤਾਂ ਸੱਚ ਧਣੀ ਦੇ ਹੀ ਆਸ਼ਿਕ ਵਿਉਪਾਰੀ ਹਨ, ਜੋ ਸੱਚੇ ਨਾਮ ਦੀ ਕਮਾਈ ਕੀਤਿਆਂ ਹੀ ਮਿਲਦਾ ਹੈ। ਜਗਤ ਰੂਪੀ ਦ੍ਰਿਸ਼ਟਮਾਨ ਪਸਾਰਾ ਸਭ ਤ੍ਰੈਗੁਣੀ ਮਾਇਆ ਦਾ ਪਸਾਰਾ ਹੀ ਹੈ। ਸਭ ਬਿਨਾਸਮਾਨ ਹੈ, ਕਦੇ ਥਿਰ ਨਹੀਂ ਰਹਿੰਦਾ। ਅਬਿਨਾਸ਼ੀ ਤਾਂ ਇੱਕੋ ਅਕਾਲ ਪੁਰਖ ਸਾਚ ਧਣੀ ਹੀ ਹੈ, ਜੋ ਅਦ੍ਰਿਸ਼ਟ ਅਗੋਚਰ ਹੈ। ਸਭ ਦੁਨੀਆ ਦ੍ਰਿਸ਼ਟਮਾਨ ਪਿੱਛੇ ਹੀ ਦੌੜਦੀ ਹੈ ਅਤੇ ਝੂਠੇ ਬੰਧ ਵਿੱਚ ਹੀ ਫਸੀ ਰਹਿੰਦੀ ਹੈ। ਗੁਰਮੁਖ ਪ੍ਰਾਣੀ ਹੀ ਗੁਰੂ ਦੇ ਸਿੱਖ ਸਚਿਆਰ ਬਣ ਕੇ ਛੁੱਟਦੇ ਹਨ ਅਤੇ ਆਵਾ ਗਾਉਣ ਤੋਂ ਰਹਿਤ ਹੁੰਦੇ ਹਨ। ਗੁਰੂ ਦੀ ਕਿਰਪਾ ਨਾਲ ਛੁੱਟੇ ਹੀ ਰਹਿੰਦੇ ਹਨ, ਫਸਦੇ ਨਹੀਂ। ਸਾਰਾ ਸੰਸਾਰ ਮਾਇਆ ਮੋਹ ਬੰਧਨਾਂ ਦਾ ਬੰਧਿਆ ਹੋਇਆ ਹੈ ਅਤੇ ਤ੍ਰਿਸ਼ਨਾ ਬਾਧਾ ਆਸਾ ਬੰਧੂ ਬਣਿਆ ਹੋਇਆ ਬਹੁਤੀ ਮਾਇਆ ਆਸਾ ਤ੍ਰਿਸ਼ਨਾ ਵਿੱਚ ਹੀ ਖਚਤ ਰਹਿੰਦਾ ਹੈ। ਐਸੇ ਗੁਰਮੁਖ ਜਨ ਵੀ ਜਗ ਵਿੱਚ ਮੌਜੂਦ ਹਨ,
ਜੋ ਮਾਇਆ ਵਿੱਚ ਰਹਿੰਦੇ ਹੋਏ ਫੇਰ ਮਾਇਆ ਤੋਂ ਅਲੇਪ ਰਹਿੰਦੇ ਹਨ। ਇਹ ਉਪਰਾਮਤਾ-ਮਈ ਨਿਰਲੇਪਤਾ ਤਾਂ ਗੁਰਮੁਖਾਂ ਨੂੰ ਗੁਰਮਤਿ ਨਾਮ ਦੀ ਅਤੁੱਟ ਅਭਿਆਸ ਕਮਾਈ ਕੀਤਿਆਂ ਪ੍ਰਾਪਤ ਹੁੰਦੀ ਹੈ। ਨਾਮ ਅਭਿਆਸ ਕਮਾਈਆਂ ਕਰ ਕਰ ਜਿਨ੍ਹਾਂ ਦੇ ਘਟਾਂ ਅੰਦਰ ਰਸ ਜੋਤ ਰਤੰਨਾ ਨਾਮ ਪ੍ਰਜਵਲਿਤ ਹੋਇਆ ਹੋਵੇ ਅਤੇ ਹਿਰਦੇ ਦਾ ਉਰਦਮੁਖੀ ਨਾਭ ਕਮਲ ਸਿੱਧਾ ਹੋ ਕੇ ਪ੍ਰਗਾਸ ਹੋਇਆ ਹੋਵੇ ਤੇ ਜੋਤ ਜਗੰਨਾ ਹੋ ਗਿਆ ਹੋਵੇ, ਬਸ ਤਿਨਾਂ ਨੂੰ ਮੋਹ ਮਮਤਾਮਈ ਮਾਇਆ ਨਹੀਂ ਪਾਉਂਦੀ। ਉਹ ਜਲ ਕਮਲਵਤ ਗ੍ਰਸਤ ਵਿੱਚ ਵਸਦੇ ਰਸਦੇ ਹੋਏ ਵੀ ਨਿਰਲੇਪ ਰਹਿੰਦੇ ਹਨ। ਅਜਿਹੇ ਨਾਮ ਰਿਦ ਵਿਗਾਸੀ ਅਤੇ ਘਟ ਕਮਲ ਪ੍ਰਗਾਸੀ ਗੁਰਮੁਖ ਜਨਾਂ ਨੂੰ ਨਾਮ ਦੀ ਤਰਾਸ ਉੱਕੀ ਹੀ ਨਹੀਂ ਰਹਿੰਦੀ। ਸਾਰਾ ਜਗਤ ਸੰਸਾਰ ਕਾਮ ਦਾ ਸ਼ਿਕਾਰ ਬਣਿਆ ਹੋਇਆ ਹੈ। ਪੁਰਸ਼ ਤਾਂ ਤ੍ਰਿਆ ਕਾਮਣੀਆਂ ਇਸਤਰੀਆਂ ਦੇ ਵਸ ਕੀਤੇ ਜਿੱਤੇ ਹੋਏ ਹਨ ਅਤੇ ਕਾਮਵੰਤੀਆਂ ਇਸਤਰੀਆਂ ਕਾਮੀ ਮਰਦਾਂ ਦੇ ਕਾਮ ਭਰੇ ਹਿੱਤ ਦੇ ਅਧੀਨ ਹੋਈਆਂ ਵੀਆਂ ਹਨ ਅਤੇ ਕਾਮਵੰਤੇ ਮਰਦਾਂ ਦੇ ਵਸ ਹੋ ਰਹੀਆਂ ਹਨ, ਜਿੱਤੀਆਂ ਹੋਈਆਂ ਹਨ। ਤਿਨਾਂ ਨੇ ਪੁੱਤਰ ਧੀਆਂ ਅਤੇ ਕੁਟੰਬ ਦੇ ਹੇਤ ਵਿੱਚ ਖਚਤ ਹੋ ਕੇ ਨਾਮ ਨੂੰ ਉੱਕਾ ਹੀ ਵਿਸਾਰ ਛੱਡਿਆ ਹੈ। ਕੁਟੰਬ ਦੇ ਪੁੱਤਰ ਕਲਿਤਰੀ ਧੰਦਿਆਂ ਵਿੱਚ ਲੱਗ ਕੇ ਸੱਚੇ ਕੰਮ ਦੀ ਤਿਨਾਂ ਨੂੰ ਸੂਝ-ਬੂਝ ਹੀ ਨਹੀਂ। ਤਿਨਾਂ ਕੁਟੰਬ ਧੰਦ ਕਰਮੀਆਂ ਨੇ ਸਾਰਾ ਜਨਮ ਬਿਰਥਾ ਹੀ ਗਵਾ ਲਿਆ ਹੈ ਅਤੇ ਮਨੁੱਖਾ ਜਨਮ ਦੀ ਬਾਜ਼ੀ ਹੀ ਹਾਰ ਦਿੱਤੀ। ਸਾਰ ਉੱਤਮ ਕਰਮ ਕਰਨੀ ਸਤਿਗੁਰੂ ਦੀ ਸੇਵਾ ਹੈ ਅਤੇ ਸਤਿਗੁਰੂ ਦੀ ਤਤ ਸਾਰ ਸੇਵਾ ਭਜਨ ਭਗਤੀ ਹੈ। ਤਾਂ ਤੇ ਸਤਿਗੁਰੂ ਦ੍ਰਿੜਾਈ ਭਜਨ ਭਗਤੀਮਈ ਨਾਮ ਅਭਿਆਸ ਸਾਰ ਕਰਨੀ ਵਾਲਾ ਗੁਰਮੁਖ ਜਨ ਉੱਪਰੋਂ ਤਾਂ ਸਭ ਨਾਲ ਬਾਤਚੀਤਮਈ ਠਾਠਾ ਬਾਗਾ ਕਰਦਾ ਹੈ। ਲੋਕਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਹਉਮੈ ਆਪਣਤ ਵਾਲਾ ਦੁਨੀਦਾਰ ਹੈ। ਅੰਦਰੋਂ ਉਸ ਜੀਵਨ ਮੁਕਤ ਗੁਰਮੁਖ ਜਨ ਨੂੰ ਇਹਨਾਂ ਠਾਠਾ ਬਗਾਚੀਆਂ ਗੱਲਾਂ ਦਾ ਲੇਪ ਕਦੇ ਲੱਗਦਾ ਹੀ ਨਹੀਂ, ਸਦਾ ਨਿਰਲੇਪ ਹੀ ਰਹਿੰਦਾ ਹੈ। ਮਾਇਆ ਮੋਹ ਦਾ ਲੇਪ ਉੱਕਾ ਹੀ ਨਹੀਂ ਲੱਗਦਾ। ਗੁਰ ਸ਼ਬਦ ਦੀ ਪਾਰਸ ਸ਼ਕਤ ਕਮਾਈ ਦੁਆਰਾ ਮਾਇਆ ਮੋਹ ਨੂੰ ਸਾੜ ਸਿੱਟਦਾ ਹੈ, ਕਿਉਂਕਿ ਨਿਰਮਲ ਨਾਮ ਨੂੰ, ਅੰਮ੍ਰਿਤ ਨਾਮ ਨੂੰ, ਪਾਰਸ ਕਲਾ ਵਾਲੇ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਹੀ ਰੱਖਦਾ ਹੈ ਅਤੇ ਹਿਰਦੇ ਕਰਕੇ ਸਵਾਸ ਅਭਿਆਸ ਸੇਤੀ ਸਦਾ ਅੰਤਰਗਤੀ ਜਪਦਾ ਹੀ ਰਹਿੰਦਾ ਹੈ। ਬੇਮਲੂਮ ਹੀ ਜਾਪਦਾ ਹੈ, ਕਿਸੇ ਨੂੰ ਮਲੂਮ ਨਹੀਂ ਹੁੰਦਾ। ਇਸ ਬਿਧ ਉਸ ਦੀ ਸੁਰਤੀ ਬਿਰਤੀ ਨਾਮ ਨਾਲ ਹੀ ਜੁਟੀ ਰਹਿੰਦੀ ਹੈ। ਨਾਮ ਨੂੰ ਧਾਵਣ ਤੋਂ ਵਰਜੀ ਰੱਖਣ ਦਾ, ਠਾਕੀ ਰੱਖਣ ਦਾ ਇਹੀ ਇੱਕੋ ਜ਼ਰੀਆ ਹੈ। ਐਸੇ ਗੁਰਸਿੱਖਾਂ ਦੀ ਸੰਗਤ ਵਾਹਿਗੁਰੂ ਦੀ ਨਦਰ ਕਰਮੀ ਮਿਹਰ ਨਾਲ ਹੀ ਮਿਲਦੀ ਹੈ, ਨਹੀਂ ਤਾਂ ਅਜਿਹੀ ਸੰਗਤ ਤੋਂ ਵਾਂਝੇ ਆਨਮਤ ਕਰਮ ਕਾਂਡੀ ਗੁਰੂ ਬਿਨਾਂ ਸਾਰੀ ਉਮਰ ਭੁੱਲੇ ਹੀ ਫਿਰਦੇ ਹਨ ਅਤੇ ਮਰ ਕੇ 84 ਦੇ ਗੇੜ ਵਿੱਚ ਆਵਾਗਮਨਾਂ ਦੇ ਫੇਰ ਵਿੱਚ ਹੀ ਪਏ ਫਿਰਦੇ ਰਹਿੰਦੇ ਹਨ। ਖਾਸ ਨਦਰ ਮਿਹਰ ਵਾਹਿਗੁਰੂ ਦੀ ਹੋਵੇ ਤਾਂ ਸਤਿਗੁਰੂ ਦੇ ਸੰਜੋਗ ਮੇਲੇ ਦਾ ਢੋ ਜੁੜਦਾ ਹੈ। ਵਾਹਿਗੁਰੂ ਨਾਲ ਮਿਲੇ ਹੋਏ ਮੇਲ ਸੰਜੋਗੀਆਂ ਕੋਲੋਂ ਵੀ ਅਤ ਸੁੰਦਰ ਵਾਹਿਗੁਰੂ ਦੀ ਅਸਚਰਜ ਸੁੰਦਰਤਾ ਕਹੀ ਕਥੀ ਨਹੀਂ ਜਾਂਦੀ। ਅਕਥ ਵਾਹਿਗੁਰੂ ਦੀ ਅਤੇ ਉਸ ਦੇ ਸੁੰਦਰ ਸਰੂਪ ਦੀ ਗਤਮਿਤ ਕੀਮਤ ਜੇ ਕੋਈ ਕਥਨੀ ਚਾਹੇ ਤਾਂ ਕਥੀ ਨਹੀਂ ਜਾ ਸਕਦੀ। ਗੱਲਾਂ ਕਰ ਕਰ ਲੋਕੀ ਕਥਾ ਪਾਉਂਦੀ ਹੈ, ਕਥਾ ਨਹੀਂ ਕਰਦੀ। ਵਾਕਈ ਕਥਾ ਕਰਨੀ ਬੜੀ ਹੀ ਅਸੰਭਵ ਹੈ। ਅਕਥ ਦੀ ਕਥਾ ਕੀ ਕਹੋ। ਖਸਮ ਦਾਤਾਰ ਦੇ ਦਿੱਤੇ ਹੋਏ ਦੁੱਖ ਵੀ ਉਸ ਦੀ ਰਜ਼ਾ ਸਤਿਕਰ ਮੰਨਣ ਵਾਲਿਆਂ ਲਈ ਸੁਖ ਰੂਪ ਹੀ ਹਨ। ਹੁਕਮ ਰਜ਼ਾਈ ਚੱਲਣ ਹਾਰੇ ਗੁਰਮੁਖਾਂ ਨੇ ਦੁੱਖ ਸੁਖ ਸਮ ਕਰਕੇ ਹੀ ਮੰਨਿਆ ਹੈ। ਸੱਚੇ ਨਾਮ ਦੀ ਕਰਮ ਕਮਾਈ ਦੀ ਕਿਰਪਾ ਨਾਲ ਦੁੱਖ ਕੋਈ ਰਹਿੰਦਾ ਹੀ ਨਹੀਂ, ਸਾਰੇ ਦੁੱਖ ਮਿਟ ਜਾਂਦੇ ਹਨ। ਜੇਕਰ ਨਾਮ ਰੰਗਾਂ ਵਿੱਚ ਲੀਨਤਾ ਹੋ ਜਾਏ ਤਾਂ ਸੱਚੀ ਮੁੱਚੀ ਸੁਖੀ ਹੋ ਜਾਈਦਾ ਹੈ। ਸੱਚੀ ਆਤਮ ਮੁਸਰਤੀ ਖੁਸ਼ੀ ਵਾਲੇ ਸੁਖ ਵਿੱਚ ਲੀਨ ਰਹੀਦਾ ਹੈ। ਇਸ ਆਤਮ ਰੰਗਾਂ ਵਾਲੀ ਅਵਸਥਾ ਅੰਦਰ ਅੰਦਰਲੇ ਬਿਸਮ ਰੰਗ ਕੀਰਤਨ ਅਖਾੜੇ ਖੁੱਲ ਜਾਂਦੇ ਹਨ ਅਤੇ ਅਸਚਰਜ ਕੀਰਤਨ ਧੁਨੀਆਂ ਦੀ ਮਸਤੀ ਵਿੱਚ ਆਨੰਦਿਤ ਹੋ ਜਾਈਦਾ ਹੈ। ਅਜਿਹੇ ਅਨਹਦ ਧੁਨੀ ਦੇ ਕੀਰਤਨ ਮਸਤਾਂ ਦੇ ਅੰਦਰ ਬਿਨਾਂ ਹੱਥਾਂ ਦੇ ਬਜਾਇਆ ਬਾਜਾ ਕਰ ਬਿਨ ਬਾਜਾ ਵੱਜਦਾ ਰਹਿੰਦਾ ਹੈ ਅਤੇ ਪੈਰਾਂ ਦੀ ਨਿਰਤ ਵਾਲੇ ਘੁੰਗਰੂ ਦੀ ਤਾਲ ਤੋਂ ਬਿਨਾਂ ਹੀ ਪੱਗ ਬਿਨ ਤਾਲਾ ਤਾਲ ਪੁਰੀਂਦਾ ਰਹਿੰਦਾ ਹੈ। ਇਹ ਹਾਲ ਮਸਤੀ ਵਾਲੀ ਸੱਚੀ ਨਿਹਾਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਉੱਪਰ ਲਿਖੇ ਅਨੁਸਾਰ ਸ਼ਬਦ ਕਮਾਈ ਦੀ ਸੱਚੀ ਬੂਝ ਬੁੱਝੀ ਹੈ
ਅਤੇ ਸੱਚੀ ਨਾਮ ਅੰਮ੍ਰਿਤ ਕਲਾ ਦੀ ਸੁਧਾ ਸੰਜੀਵਨੀ ਸੱਚ ਅਮਲ ਖੀਵਨੀ ਦਾਰੂ ਪੀਤੀ ਹੈ। ਜਿਸ ਦੇ ਅੰਦਰ ਸੱਚੀ ਅੰਮ੍ਰਿਤ ਨਾਮ ਖੁਮਾਰੀ ਦੀ ਮਸਤੀ ਚੜੀ ਹੋਈ ਹੈ, ਉਸ ਦੇ ਅੰਤਰ-ਆਤਮੇ ਹੀ ਵਾਸਤਵ ਵਿੱਚ ਸੱਚਾ ਆਤਮ ਸੁਖ ਵਸਦਾ ਹੈ। ਇੱਕ ਆਤਮ ਸੁਖ ਕੀ ਸਾਰੇ ਸੁਖ ਹੀ ਨਾਲ ਆ ਵਸਦੇ ਹਨ। ਅੰਤਰਜਾਮੀ ਵਾਹਿਗੁਰੂ ਨਦਰੀ ਨਦਰ ਨਿਹਾਲ ਹੋਵੇ ਤਾਂ ਉਹ ਆਪਣੇ ਆਤਮ ਸੁਖੀ ਭਗਤਾਂ ਦੇ ਇਸ ਪਰਮ ਸੁਖ ਦੀ ਰਖਵਾਲੀ ਆਪ ਕਰਦਾ ਹੈ। ਇਸ ਸੁਖ ਤੋਂ ਉਹਨਾਂ ਨੂੰ ਕਦੇ ਸੁੰਝੇ ਨਹੀਂ ਹੋਣ ਦਿੰਦਾ। ਸਹਿਜ ਸੁਖ ਜੀਰਾਂਦਨੀ ਜੀਰਾਂਦ ਵਿੱਚ ਇਸ ਅਜਰ ਸੁਖ ਨੂੰ ਜਰਾਈ ਰੱਖਦਾ ਹੈ, ਅਮਰ ਸੁਖ ਨੂੰ ਅਮਰਾਈ ਰੱਖਦਾ ਹੈ। ਇਸ ਅਜਰ ਅਮਰ ਸੁਖ ਦੀ ਜੀਰਾਂਦ ਵਾਲੀ ਸਹਿਜ ਆਤਮ ਅਵਸਥਾ ਅੰਦਰ ਹੀ ਆਪੇ ਦਾ ਅਭਾਵ ਹੁੰਦਾ ਹੈ ਅਤੇ ਤ੍ਰਿਭਵਨ ਦੀ ਸੋਝੀ ਵਾਲੀ ਤ੍ਰੈਕਾਲ ਦ੍ਰਿਸ਼ਟੀ ਵੀ ਇੱਥੇ ਆ ਕੇ ਹੀ ਖੁੱਲਦੀ ਹੈ। ਗੁਰਬਾਣੀ ਨਾਮ ਦੀ ਅੰਮ੍ਰਿਤ ਕਲਾ ਰੋਮ ਰੋਮ ਅੰਦਰ ਪ੍ਰਵੇਸ਼ ਹੋਣ ਕਰ ਹੀ ਇਸ ਤ੍ਰੈਕਾਲ ਦਰਸਤਾ ਵਾਲੀ ਸੋਝੀ ਸੁਝਦੀ ਹੈ। ਹੋਰ ਆਨਮਤ ਹੱਠ ਯੋਗ ਕੀਤਿਆਂ ਨਹੀਂ ਸੁਝਦੀ। ਕੇਵਲ ਗੁਰਬਾਣੀ ਨਾਮ ਦੀ ਗੁਰਮਤ ਪਾਰਸ ਕਮਾਈ ਕਰਕੇ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾਈ ਹੁੰਦੀ ਹੈ। ਇਹ ਏਕੈ ਲਿਵਤਾਰ ਵਾਲੀ ਸੱਚ ਸਮਾਈ ਗੁਰ ਸ਼ਬਦ ਦੀ ਅਭਿਆਸ ਰੂਪੀ ਕਮਾਈ ਕਰਕੇ ਹੀ ਹੁੰਦੀ ਹੈ। ਐਸੇ ਕਮਾਈ ਵਾਲਿਆਂ ਨੂੰ ਸਾਜ ਕੇ ਸਵਾਰਨਹਾਰ ਵਾਹਿਗੁਰੂ ਧਨ ਹੈ ਅਤੇ ਅਜਿਹੇ ਗੁਰੂ ਸਵਾਰੇ ਸਿੱਖ ਵੀ ਧਨ ਹਨ, ਜਿਨ੍ਹਾਂ ਨੇ ਅਜਿਹੀ ਗੁਰਮਤ ਗੀਧੀ ਨਾਮ ਕਮਾਈ ਕੀਤੀ ਹੈ। ਇੱਥੇ ਆਨਮਤ ਕਰਮ ਫਿਲਾਸਫੀ ਦੀ ਕੀ ਸਮਾਈ ਹੈ, ਕੀ ਹੈਸੀਅਤ ਹੈ। ਆਨਮਤ ਕਰਮ ਕਰਮੀ ਕਰਮ ਫਿਲਾਸਫੀ ਦਾ ਗੁਰਮਤ ਫਿਲਾਸਫੀ ਨਾਲ ਟਾਕਰਾ ਕੀ, ਮੁਕਾਬਲਾ ਹੀ ਕੀ। ਸੱਚ ਪੁੱਛੋ ਤਾਂ ਗੁਰਮਤ ਕਰਮ ਵਿਲੱਖਣਤਾ ਨੂੰ ਫਿਲਾਸਫੀ ਦਾ ਪਦ ਨਾਉ ਦੇਣਾ ਹੀ ਅਨਉਚਿਤ ਹੈ। ਅਗਲੇ ਗੁਰ ਪ੍ਰਮਾਣ ਅੰਦਰ ਇਹ ਦਰਸਾਇਆ ਜਾਂਦਾ ਹੈ ਕਿ ਵਾਹਿਗੁਰੂ ਦੀ ਭਗਤੀ ਰੂਪੀ ਸਿਫਤ ਸਲਾਹੀ ਸੱਚੇ ਕਰਮ ਬਿਨਾ ਨਿਜ ਕੁਟੰਬ ਖੇਸ਼ ਸੰਬੰਧੀਆਂ ਦੀ ਮੋਹ ਮਮਤਾ ਵਾਲੇ ਸਵਾਰਥੀ ਕੰਮ, ਖੇਤੀਬਾੜੀ ਬਣਜ ਆਦਿਕ ਦੇ ਵਪਾਰੀ ਵਿਹਾਰ ਕਰਮ, ਧਰਮ ਵੇਦ ਪਾਠ ਆਦਿ ਸਭ ਬੰਧਨ ਹਨ। ਗੁਰਮਤ ਨਾਮ ਸਿਮਰਨਮਈ ਸਤਿਗੁਰ ਸੇਵਾ ਰੂਪੀ ਸੱਚਾ ਕਰਮ ਸਭ ਆਨਮਤ ਕਰਮਾਂ ਅਤੇ ਧੰਦਾਂ ਬੰਦਾਂ ਤੋਂ ਸੁਖਦਾਈ ਅਤੇ ਸ੍ਰੇਸ਼ਟ ਹੈ ਅਤੇ ਸਰਬੋਤਮ ਵਿਲੱਖਣੀ ਕਰਮ ਇੱਕੋ ਇੱਕ ਕਰਨ ਯੋਗ ਕਰਮ ਹੈ। ਯਥਾ ਆਸਾ ਮਹਲਾ ਪਹਿਲਾ ਇੱਕ ਤੁਕੀ। ਗੁਰ ਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸਚ ਸ਼ਬਦ ਪਛਾਨੈ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਰਹਾਓ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤ ਕਲਤ ਮਨ ਬੀਆ। ਬੰਧਨ ਕਿਰਖੀ ਕਰੈ ਕਿਰਸਾਨ, ਹਉਮੈ ਡਨ ਸਹੈ ਰਾਜਾ ਮੰਗੈ ਦਾਨ। ਬੰਧਨ ਸੌਦਾ ਅਣ ਵਿਚਾਰੀ, ਤਿਪਤ ਨਾਹੀਂ ਮਾਇਆ ਮੋਹ ਪਸਾਰੀ। ਬੰਧਨ ਸਾਹ ਸੰਚੈ ਧਨ ਜਾਏ, ਬਿਨ ਹਰ ਭਗਤ ਨਾ ਪਵਈ ਥਾਏ। ਬੰਧਨ ਬੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ। ਨਾਨਕ ਰਾਮ ਨਾਮ ਸ਼ਰਣਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਵਿਆਖਿਆ। ਗੁਰਮਤ ਨਾਮ ਸਿਮਰਨਮਈ ਸਤਿਗੁਰੂ ਦੀ ਸੇਵਾ ਦੁਆਰਾ ਵਾਹਿਗੁਰੂ ਦਾ ਦਰਸਮਈ ਸਾਪੇਕਸ਼ੀ ਗਿਆਨ ਹੁੰਦਾ ਹੈ। ਪ੍ਰਤੱਖ ਦਰਸ਼ਨ ਗੁਰੂ ਦੇ ਹੋਣ ਨਾਲ ਹੀ ਵਾਹਿਗੁਰੂ ਨੂੰ ਸੱਚੀ ਜਾਣਨੀ ਜਾਣਿਆ ਜਾਂਦਾ ਹੈ। ਵਾਹਿਗੁਰੂ ਦਰਸ਼ਨ ਦਾ ਹੀ ਨਾਮ ਤਤ ਅਰਥਾਂ ਵਿੱਚ ਗਿਆਨ ਹੈ। ਸ਼ਬਦ ਨਾਮ ਗੁਰਮੰਤਰ ਦੀ ਕਮਾਈ ਦੁਆਰਾ ਵਾਹਿਗੁਰੂ ਰੂਪੀ ਸੱਚ ਨੂੰ ਭਾਵ ਸੱਚੇ ਵਾਹਿਗੁਰੂ ਨੂੰ ਪਛਾਣਿਆ ਜਾਂਦਾ ਹੈ। ਨਹੀਂ ਤਾਂ ਆਨਮਤ ਗਿਆਨੀਆਂ ਧਿਆਨੀਆਂ ਨੂੰ ਵਾਹਿਗੁਰੂ ਦੀ ਸੱਤ ਕਰਕੇ ਪਛਾਣ ਹੀ ਨਹੀਂ ਆਉਂਦੀ। ਵਾਹਿਗੁਰੂ ਦੀ ਸੱਚ ਪ੍ਰਾਪਤੀ ਵਾਲੀ ਜਾਣ ਪਛਾਣ ਕੇਵਲ ਗੁਰ ਸ਼ਬਦ ਗੁਰਮਤ ਨਾਮ ਦੀ ਕਮਾਈ ਕੀਤਿਆਂ ਹੀ ਆਉਂਦੀ ਹੈ। ਨਹੀਂ ਤਾਂ ਆਨਮਤ ਕਰਮਾਂ ਦੇ ਕਮਾਉਣ ਵਾਲੇ ਉੱਕਾ ਹੀ ਧੋਖਾ ਖਾ ਜਾਂਦੇ ਹਨ। ਉਹ ਵਾਹਿਗੁਰੂ ਦੇ ਸਰੂਪ ਦੀ ਸੱਚੀ ਜਾਣ ਪਛਾਣ ਖੁਣੋਂ ਖਾਲੀ ਹੀ ਰਹਿੰਦੇ ਹਨ। ਵਾਹਿਗੁਰੂ ਦੇ ਸਰੂਪ ਗਿਆਨ ਦੇ ਮਨ ਉਕਤ ਅਨੁਮਾਨ ਤੇ ਲੱਖਣ ਹੀ ਲਾਉਂਦੇ ਹਨ, ਕਿਉਂਕਿ ਪ੍ਰਤੱਖ ਦਰਸ਼ਨ ਉਹਨਾਂ ਨੂੰ ਨਸੀਬ ਨਹੀਂ ਹੁੰਦੇ। ਪ੍ਰਤੱਖ ਦਰਸ਼ਨਾਂ ਬਾਝੋਂ ਜਾਣ ਪਛਾਣ ਕੈਸੀ? ਸਭ ਊਣੀ ਅਤੇ ਛੋਛੀ ਜਾਣ ਪਛਾਣ ਹੈ ਅਤੇ ਇਹ ਪ੍ਰਤੱਖ ਦਰਸ਼ਨ ਵਾਹਿਗੁਰੂ ਦੇ ਗੁਰਮਤ ਨਾਮ ਅਭਿਆਸ ਦੀ ਅਥਾਹ ਕਮਾਈ ਕੀਤੇ ਬਿਨਾਂ ਹੁੰਦੇ ਨਹੀਂ। ਤਾਂ ਤੇ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਗੁਰਸਿੱਖਾਂ ਪ੍ਰਤੀ ਜ਼ੋਰ ਦੇ ਕੇ
ਇਹੀ ਸਿੱਖਿਆਮਈ ਉਪਦੇਸ਼ ਦੜਾਉਂਦੇ ਹਨ ਅਤੇ ਬੜੇ ਪਿਆਰ ਨਾਲ ਗੁਰਸਿੱਖਾਂ ਨੂੰ ਆਪਣਾ ਸਖਾ ਸੈਨ ਕਹਿ ਕੇ ਮੁਖਾਤਬ ਹੁੰਦੇ ਹਨ। ਕੈਸਾ ਉੱਚ ਪਿਆਰ ਹੈ ਕਿ ਹੇ ਮੇਰੀ ਗੁਰਸਿੱਖੀ ਦੇ ਰਿਸ਼ਤੇ ਵਾਲਿਓ, ਗੁਰਸਿੱਖ ਜਗਿਆਸਨੀ ਸਖੀਓ ਸਹੇਲਿਓ, ਤਦ ਰੂਪ ਹੋ ਕੇ ਜੁਟ ਕੇ ਨਾਮ ਜਪੋ। ਪਰ ਨਾਮ ਜਪੋ ਸਤਿਗੁਰੂ ਤੋਂ ਦੀਖਿਆ ਗੁਰਮੰਤਰ ਲੈ ਕੇ। ਇਸ ਸਤਿਗੁਰ ਦੀ ਦਿੱਤੀ ਮੱਤ ਗੁਰਮਤਿ ਦੀਖਿਆ ਨੂੰ ਧਾਰ ਕੇ ਜੋ ਸਿਮਰਨ ਕਰੋਗੇ, ਇਸ ਸਤਿਗੁਰ ਦੀ ਸਿਮਰਨ ਦਾਤ ਨੂੰ ਸੇਵਦੇ ਕਮਾਉਂਦੇ ਹੋਏ ਹੀ ਤੁਸੀਂ ਵਾਹਿਗੁਰੂ ਨੂੰ ਪ੍ਰਤੱਖ ਆਪਣੇ ਨੇਤਰਾਂ ਨਾਲ ਦੇਖ ਲਵੋਗੇ। ਆਪਣੀ ਨੈਣੀ ਹੀ ਵਾਹਿਗੁਰੂ ਦਾ ਸਾਂਗੋ ਪਾਂਗ ਦਰਸ਼ਨ ਦਿਦਾਰ ਕਰ ਲਵੋਗੇ। ਰਹਾਓ। ਇਸ ਗੁਰਮਤਿ ਤਤ ਸਿਮਰਨ ਸੇਵਾ ਤੋਂ ਹੀਣੇ ਬਿਹੂਣੇ ਹੋ ਕੇ ਜੋ ਆਨ ਮਤਾਂ ਦੇ ਕਰਮਾਂ ਅਨੁਸਾਰੀ ਸੇਵਾ ਕਰਦੇ ਹਨ, ਉਹ ਸਭ ਮਾਇਆਵੀ ਤ੍ਰੈ ਗੁਣਾਂ ਦੀ ਕਰਮ ਬੰਧਨੀ ਸੇਵਾ ਹੈ। ਬੰਧਨਾਂ ਵਿੱਚ ਪਾਉਣ ਹਾਰੇ ਹੀ ਸਾਰੇ ਕਰਮ ਹਨ। ਜੇ ਗੁਰਮਤਿ ਨਾਮ ਦੇ ਸੱਚੇ ਕਰਮ ਨੂੰ ਛੱਡੋਗੇ, ਸੰਸਾਰ ਵਿਖੇ ਰਹਿ ਕੇ ਸੰਸਾਰੀ ਮਾਤ ਪਿਤਾ ਦੀ ਆਗਿਆਕਾਰੀ ਕਰਮ ਕਮਾਵਣਮਈ ਸੇਵਾ ਕਰਦੇ ਹਨ, ਸਭ ਬੰਧਨ ਰੂਪ ਹੈ। ਮਾਤਾ ਪਿਤਾ ਦੇ ਮੋਹ ਹੇਤ ਵਿੱਚ ਪੈ ਕੇ ਮਾਇਆ ਨੂੰ ਖੱਟ ਕਮਾ ਕੇ ਦੇਣ ਵਾਲੇ ਜਿਤਨੇ ਵੀ ਕੰਮ ਕਰਮ ਕਮਾਉਂਦੇ ਹਨ ਅਤੇ ਨਾਮ ਨਹੀਂ ਧਿਆਉਂਦੇ, ਸੇ ਬੰਧਨ ਰੂਪੀ ਪੈਖੜ ਹੀ ਪੈਰਾਂ ਵਿੱਚ ਪਾਉਂਦੇ ਹਨ। ਉਹ ਮਾਇਆਵੀ ਮਮਤਾਵੀ ਕਰਮਾਂ ਵਿੱਚ ਹੀ ਖੱਚਤ ਹੋ ਖਪ ਖਪ ਮਰਦੇ ਹਨ। ਸੋ ਅਜਿਹੇ ਮਾਤ ਪਿਤਾ ਮਮਤਾਵੀ ਕਰਮ ਸਭ ਬੰਧਨ ਰੂਪ ਹਨ। ਫੇਰ ਪੁੱਤਰ ਪੁੱਤਰੀ ਅਤੇ ਨਾਰੀ ਇਸਤਰੀ ਦੀ ਮੋਹ ਮਮਤਾ ਹੈ, ਸੋ ਵੀ ਬੰਧਨ ਰੂਪ ਹੀ ਹੈ। ਕਿਉਂਕਿ ਪ੍ਰਥਮ ਤਾਂ ਉਹ ਪੁੱਤਰ ਕੁਟੰਬ ਨੂੰ ਪਾਲਣ ਪੋਸ਼ਣ ਹਿਤ ਖੱਟੀਆਂ ਕਮਾਈਆਂ ਦੇ ਜੋ ਕਰਮ ਕਰਦਾ ਹੈ, ਉਹ ਉਸਨੂੰ ਉਹਨਾਂ ਕਰਮਾਂ ਦਾ ਅਤੇ ਜਿਨ੍ਹਾਂ ਨਿਮਿਤ ਉਹ ਕਰਮ ਕਰਦਾ ਹੈ ਉਹਨਾਂ ਦਾ ਰੂਪ ਹੀ ਬਣਾ ਲੈਂਦੇ ਹਨ। ਦੂਜੇ ਪੁੱਤਰ ਕਲੱਤਰ ਪੁੱਤਰ ਧੀ ਇਸਤਰੀ ਦਾ ਮੋਹ ਮਮਤਾਵੀ ਹੇਤ ਉਸ ਨੂੰ ਨਿਮਖ ਮਾਤਰ ਵੀ ਪਰਮਾਰਥ ਦੇ ਪਾਸੇ ਆਉਣ ਨਹੀਂ ਦਿੰਦਾ। ਤਾਂ ਤੇ ਪੁੱਤ ਕੰਨਿਆ ਅਤੇ ਨਾਰੀ ਬੰਧਨ ਹੀ ਹੈ। ਗੁਰਮਤਿ ਨਾਮ ਅਭਿਆਸੀ ਜਨ ਇਸਤਰੀ ਪੁੱਤਰਾਂ ਪੁੱਤਰੀਆਂ ਵਿੱਚ ਰਹਿੰਦਾ ਹੋਇਆ ਵੀ ਮੋਹ ਮਮਤਾ ਤੋਂ ਅਲੇਪ ਰਹਿੰਦਾ ਹੈ, ਕਿਉਂਕਿ ਤਿਨਾਂ ਦੀ ਪ੍ਰਬਲ ਰੁਚੀ ਬਿਰਤੀ ਹਰ ਵਕਤ ਹਰ ਛਿਨ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਰਹਿੰਦੀ ਹੈ। ਤਿਨਾਂ ਨੂੰ ਮੋਹ ਮਮਤਾ ਵਿਆਪਦੀ ਨਹੀਂ। ਪੁੱਤਰ ਕਲੱਤਰ ਦੀ ਪਾਲਣਾ ਪੋਸ਼ਣਾਮਈ ਚਿੰਤਾ ਤਿਨਾਂ ਨੂੰ ਨਹੀਂ ਸਤਾਉਂਦੀ, ਕਿਉਂਕਿ ਉਹ ਮਨ ਬਚ ਕਰਮ ਕਰਕੇ ਸਭਨਾਂ ਦਾ ਪਾਲਣ ਪੋਸ਼ਣ ਹਾਰਾ, ਸਰਬ ਦਾ ਪ੍ਰਤਪਾਲਕ ਮਾਲਕ ਇੱਕ ਅਕਾਲ ਪੁਰਖ ਨੂੰ ਜਾਣਦੇ ਹਨ। ਹੁਕਮ ਅਨੁਸਾਰ ਕਾਲ ਖੱਟੀ ਕਮਾਈ ਜੋ ਦਸਾਂ ਨੋਹਾਂ ਦੀ ਕਰਦੇ ਹਨ, ਉਸ ਵਿੱਚ ਉਹਨਾਂ ਦੀ ਹਉਮੈ ਰਾਈ ਮਾਤਰ ਵੀ ਨਹੀਂ ਹੁੰਦੀ। ਆਪਣੇ ਆਪ ਨੂੰ ਖੱਟ ਕੇ ਖੁਆਉਣ ਹਾਰਾ ਉਹ ਸਮਝਦੇ ਹੀ ਨਹੀਂ। ਇਸ ਕਰਕੇ ਨਾ ਉਹ ਖੱਟਣ ਘਾਲਣ ਵਿੱਚ ਖਚਤ ਹੁੰਦੇ ਹਨ, ਨਾ ਹੀ ਉਹ ਮੋਹ ਕੁਟੰਬੀ ਮਮਤਾ ਦੇ ਬੰਧਨਾਂ ਵਿੱਚ ਪੈਂਦੇ ਹਨ। ਸਦਾ ਅਲੇਪ ਰਹਿੰਦੇ ਹਨ। ਗੁਰਮਤਿ ਰੂਪੀ ਪਾਰਸ ਕਮਾਈ ਦੇ ਪ੍ਰਤਾਪ ਨਾਲ ਤਿਨਾਂ ਨੂੰ ਲੇਪ ਹੀ ਨਹੀਂ ਲੱਗਦਾ। ਬੰਧਨ ਕੋਈ ਵਿਆਪਦਾ ਹੀ ਨਹੀਂ। ਆਨ ਕਰ ਮਾਰੀ ਸੁਤ ਕੰਨਿਆ ਅਤੇ ਨਾਰੀ ਦੇ ਬੰਧਨਾਂ ਵਿੱਚ ਰਚ ਪਚ ਕੇ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਤਿਨਾਂ ਦਾ ਉਭਾਰ ਹੋ ਹੀ ਨਹੀਂ ਸਕਦਾ। ਬੜੀ ਤਰਸ ਵਾਲੀ ਦਸ਼ਾ ਹੈ ਇਹਨਾਂ ਦੀ। ਹਉਮੈ ਦੇ ਅਧੀਨ ਹੋ ਕੇ ਜਿਤਨੇ ਵੀ ਕਰਮ ਧਰਮ ਕੀਤੇ ਜਾਂਦੇ ਹਨ, ਸੋ ਸਭ ਹਉਮੈ ਬੰਧਨੀ ਕਰਮ ਧਰਮ ਹਨ। ਸਾਰੇ ਆਨਮਤ ਕਰਮਾਂ ਧਰਮਾਂ ਦਾ ਇਹੀ ਹਾਲ ਹੈ। ਉਹ ਸਭੇ ਕਰਮ ਧਰਮ ਬੰਧਨ ਰੂਪ ਹਨ, ਕਿਉਂਕਿ ਹਉਮੈ ਵਿੱਚ ਲੱਥ-ਪੱਥ ਹੋ ਕੇ ਕੀਤੇ ਜਾਂਦੇ ਹਨ। ਆਨਮਤ ਕਰਮ ਧਰਮ ਹਨ ਹੀ ਐਸੇ ਜਿਨ੍ਹਾਂ ਦੇ ਕੀਤਿਆਂ ਹਉਮੈ ਹੀ ਹਉਮੈ ਉਪਜਦੀ ਹੈ। ਅਹੰਗ ਬੰਧਨੀ ਬੰਧਨ ਸਗੋਂ ਹੋਰ ਵਧੇਰੇ ਵੱਧ ਜਾਂਦੇ ਹਨ। ਇਨ੍ਹਾਂ ਆਨਮਤ ਕਰਮਾਂ ਧਰਮਾਂ ਦੇ ਕੀਤਿਆਂ ਪੁੱਤਰ ਕਲਿੱਤਰ ਦੇ ਮੋਹ ਮਮਤਾਵੀ ਬੰਧਨਾਂ ਵਿੱਚ ਪੈ ਕੇ ਮਨ ਅੰਦਰ ਦੂਜੇ ਭਾਵ ਵਾਲੇ ਕਰਮ ਹੀ ਉਹਨਾਂ ਤੋਂ ਹੁੰਦੇ ਹਨ ਅਤੇ ਦੂਜੇ ਭਾਵ ਦੇ ਕੀਤੇ ਕਰਮ ਸਗੋਂ ਹੋਰ ਬੰਧਨ ਰੂਪ ਹੋ ਕੇ ਚਿਮੜ ਜਾਂਦੇ ਹਨ ਕਰਮ ਕਮਾਵਣ ਹਾਰ ਪ੍ਰਾਣੀ ਨੂੰ। ਨਾਮ ਕਮਾਈ ਰੂਪੀ ਕਿਰਸਾਣੀ ਤੋਂ ਸਖੜੇ ਕਿਰਸਾਨ ਜੋ ਖੇਤੀ ਕਰਦੇ ਹਨ, ਐਸੀ ਖੇਤੀ ਵੀ ਬੰਧਨ ਰੂਪ ਹੈ, ਕਿਉਂਕਿ ਕਿਰਸਾਨ ਲੋਗ ਨਿਸਬਾਸੁਰ ਦਿਨੇ ਰਾਤ ਖੇਤੀ ਦੇ ਕਾਰ ਬਿਹਾਰੀ ਕਰਮ ਕਰਨ ਵਿੱਚ ਹੀ ਹਮਾਤਨ ਖਚਤ ਰਹਿੰਦੇ ਹਨ। ਤਿਨਾਂ ਨੂੰ ਨਿਮਖ ਮਾਤਰ ਵੀ ਪਰਮਾਰਥ ਦਾ ਪਾਸਾ ਯਾਦ ਨਹੀਂ ਰਹਿੰਦਾ। ਲਹੂ ਪਾਣੀ ਇੱਕ ਕਰਕੇ ਖੇਤੀ ਸੰਬੰਧੀ ਕਰਮ ਕਰਦੇ ਹਨ। ਇੱਕ ਨਿਮਖ ਮਾਤਰ ਵੀ ਨਾਮ ਨਹੀਂ ਲੈਂਦੇ ਉਸ ਪਰਮਾਤਮਾ ਦਾ ਜਿਸ ਨੇ ਉਹਨਾਂ ਨੂੰ ਪੈਦਾ ਕੀਤਾ ਹੈ।
ਖੇਤੀ ਬਹੁਤੀ ਬੰਧਨ ਰੂਪ ਇਸ ਕਰਕੇ ਹੈ ਕਿ ਖੇਤੀ ਕਰਨ ਹਾਰਿਆਂ ਨੂੰ ਵਕਤ ਦੀ ਰਾਜ ਹਕੂਮਤ ਦਾ ਹਉਮੈ ਡੰਨ ਸਹਿਣਾ ਪੈਂਦਾ ਹੈ। ਜਦੋਂ ਰਾਜ ਕਰਮਾਚਾਰੀ ਉਸ ਤੋਂ ਜਬਰਨ ਮਾਮਲੇ ਦੀ ਵਸੂਲੀ ਕਰਦੇ ਹਨ। ਗੁਰਮਤ ਦੀ ਤਤ ਵਿਚਾਰ ਤੋਂ ਹੀਣੀ ਸੌਦੇਬਾਜ਼ੀ ਸੁਦਾਗਰੀ ਵੀ ਬੰਧਨ ਰੂਪ ਹੈ, ਜੋ ਨਿਰਾ ਮਾਇਆਵੀ ਨਫਾ ਕਮਾਉਣ ਦੀ ਹਿਰਸ ਵਿੱਚ ਹੀ ਕੀਤੀ ਕਤਰੀ ਜਾਂਦੀ ਹੈ। ਸੱਚੀ ਸੁਦਾਗਰੀ ਅਤੇ ਸੱਚਾ ਸੌਦਾ ਤਾਂ ਨਾਮ ਦੇ ਵਪਾਰ ਦਾ, ਨਾਮ ਦੇ ਨਫੇ ਉਪਜਾਉਣ ਵਾਲਾ ਹੈ। ਹੋਰ ਸਭ ਕੁੜਾਵੀਆਂ ਸੌਦੇਬਾਜ਼ੀਆਂ ਹਨ, ਜੋ ਨਿਰੀਆਂ ਬੰਧਨ ਰੂਪ ਹੀ ਹਨ, ਕਿਉਂਕਿ ਇਸ ਮਾਇਆ ਦੀ ਸੌਦੇਬਾਜ਼ੀਆਂ ਸੌਦਾ ਸੁਦਾਗਰੀ ਵਿੱਚ ਤ੍ਰਿਪਤੀ ਕਿਤੇ ਵੀ ਨਹੀਂ ਅਤੇ ਕਦੇ ਵੀ ਨਹੀਂ। ਇਹ ਸੌਦਾ ਸਭ ਮਾਇਆ ਮੋਹ ਦਾ ਪਸਾਰਾ ਹੀ ਹੈ। ਜਿਤਨੇ ਵੀ ਆਨਮਤ ਕਰਮ ਆਨਮਤੀ ਲੋਕ ਕਮਾਉਂਦੇ ਹਨ, ਸਭ ਤ੍ਰੈਗੁਣੀ ਕਰਮ ਹੀ ਹਨ, ਮਾਇਆ ਮੋਹ ਦੇ ਪਸਾਰੇ ਵਾਲੇ ਕਰਮ ਹੀ ਹਨ। ਕੋਈ ਕਰਮ ਵੀ ਥਾਂ ਨਹੀਂ ਪੈਂਦੇ, ਕਿਸੇ ਲੇਖੇ ਨਹੀਂ। ਵੇਦ ਵੀ ਅਤੇ ਵੇਦਾਚਾਰੀ ਕਰਮ ਵੀ ਸਭ ਬੰਧਨ ਰੂਪ ਹੀ ਹਨ। ਇਹਨਾਂ ਦੀ ਵਿਚਾਰ ਵੀ ਬਾਦ ਵਿਵਾਦ ਰੂਪੀ ਹਉਮੈ ਅਹੰਕਾਰ ਵਧਾਉਂਦੀ ਹੈ ਤੇ ਤਿਸ ਬਾਦ ਵਿਵਾਦ ਤੋਂ ਖਰੜ ਗਿਆਨ ਹੀ ਹਾਸਲ ਹੁੰਦਾ ਹੈ। ਤਤ ਗਿਆਨ ਕਿਨਾਰੇ ਰਹਿ ਜਾਂਦਾ ਹੈ। ਮੋਹ ਵਿਕਾਰੀ ਕਰਮ ਦੇ ਬੰਧਨ ਕਰਕੇ ਕਰਮ ਬੰਧਨੀ ਪ੍ਰਾਣੀ ਦਾ ਨਾਸ ਹੁੰਦਾ ਹੈ। ਨਾਸ ਹੀ ਨਹੀਂ, ਸਤਿਆਨਾਸ ਹੋ ਜਾਂਦਾ ਹੈ। ਕੇਵਲ ਗੁਰਮਤ ਨਾਮ ਦੀ ਸ਼ਰਨ ਪਿਆਂ ਹੋਰ ਬੰਧਨ ਨਹੀਂ ਪੈਂਦੇ। ਜਿਸ ਨੂੰ ਸਤਿਗੁਰੂ ਰੱਖੇ ਤਿਸ ਨੂੰ ਹੀ ਇਹਨਾਂ ਹਉਮੈ ਬੰਧਨੀ ਕਰਮਾਂ ਦਾ ਬੰਧ ਨਹੀਂ ਪੈਂਦਾ। ਆਸਾ ਮਹੱਲਾ ਪਹਿਲਾ। ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੈਂਡਾ, ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਉ ਤੈਂਡਾ। ਦਰ ਬੀਭਾ ਮੈਂ ਨੀਮ ਕੋ ਕਹਿ ਕਰੀ ਸਲਾਮ, ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ। ਰਹਾਓ। ਸਿੱਧਾਂ ਸੇਵਨ ਸਿੱਧ ਪੀਰ ਮੰਗੈ ਰਿਦ ਸਿੱਧ, ਮੈਂ ਇੱਕ ਨਾਮ ਨਾ ਵੀਸਰੈ ਸਾਚੇ ਗੁਰ ਬੁੱਧ। ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ, ਗੁਰ ਕਾ ਸ਼ਬਦ ਨ ਚੀਨਹੀ ਤਤ ਸਾਰ ਨਿਰੰਤਰ। ਪੰਡਿਤ ਪਾਧੇ ਜੋਇਸੀ ਨਿਤ ਪੜ੍ਹੈ ਪੁਰਾਣਾ, ਅੰਤਰ ਵਸਤ ਨ ਜਾਣਨੀ ਘਟ ਬ੍ਰਹਮ ਲੁਕਾਣਾ। ਇੱਕ ਤਪਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ, ਆਪ ਨ ਚੀਨੈ ਤਾਮਸੀ ਕਾਹੇ ਭਏ ਉਦਾਸਾ। ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵੈਂ, ਬਿਨ ਗੁਰ ਸ਼ਬਦ ਨ ਛੂਟਹੀ ਭ੍ਰਮ ਆਵੈਂ ਜਾਵੈਂ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸੰਜਾਣੈ, ਨਾਨਕ ਨਾਮ ਨਾ ਵੀਸਰੈ ਸਾਚੇ ਮਨ ਮਾਨੈ। ਵਿਆਖਿਆ। ਗੁਰੂ ਨਾਨਕ ਸਾਹਿਬ ਨੇ ਆਪਣੀ ਦਿਵ ਤ੍ਰਿਕਾਲ ਦ੍ਰਿਸ਼ਟੀ ਦੁਆਰਾ ਚਾਰੇ ਕੁੰਟਾਂ ਸਾਰੇ ਭਵਨ ਸਿਰਜਣਹਾਰ ਕਰਤਾਰ ਦੀ ਰਚੀ ਹੋਈ ਸਾਰੀ ਸ੍ਰਿਸ਼ਟੀ ਢੂੰਡ ਪੜਤਾਲ ਕਰਕੇ ਦੇਖ ਲਈ। ਸੱਚੇ ਵਾਹਿਗੁਰੂ ਸੰਸਰ ਹੋਰ ਕੋਈ ਉਪਾਸ਼ੈ ਦੇਵ ਉਪਾਸ਼ਨਾ ਯੋਗ ਨਹੀਂ, ਇੱਕੋ ਅਕਾਲ ਪੁਰਖ ਹੈ। ਸੱਚੇ ਸਾਹਿਬਾ ਇੱਕੋ ਤੂੰ ਹੈ, ਜਿਸ ਨੂੰ ਮੈਂ ਉਪਾਸ਼ਨਾ ਯੋਗ ਸਮਝ ਕੇ ਅਪਣਾਇਆ, ਹੋਰ ਕਿਸੇ ਨੂੰ ਮੈਂ ਨਹੀਂ ਅਪਣਾਇਆ। ਮੈਂਡਾ ਆਪਣਾ ਉਪਾਸ਼ੈ ਮਾਸ਼ੂਕ ਇੱਕ ਤੂੰ ਹੀ ਹੈ, ਅਤੇ ਮੈਂ ਤੇਰਾ ਸੱਚਾ ਉਪਾਸ਼ਕ ਸੱਚਾ ਆਸ਼ਕ ਹਾਂ। ਹੇ ਮੇਰੇ ਸਾਹਿਬਾ ਸੱਚਿਆ, ਜੇ ਤੈਨੂੰ ਭਾਵੇ ਤੇਰੀ ਸੱਚੀ ਰਜ਼ਾ ਹੋਵੇ, ਤਾਂ ਤੇਰੀ ਮੇਰੀ ਤੇਰੀ ਸੱਚੀ ਆਸ਼ਕੀ ਮਸ਼ੂਕੀ ਬਣੀ ਰਹੇ। ਤੂੰ ਮੇਰਾ ਮੈਂਡਾ ਮਾਸ਼ੂਕ ਸਦਾ ਬਣਿਆ ਰਹੇ, ਤੇ ਮੈਂ ਤੇਰਾ ਤੈਂਡਾ ਸਦਾ ਸਦਾ ਆਸ਼ਕ ਉਪਾਸ਼ਕ ਬਣਿਆ ਰਹਾਂ। ਇੱਕ ਤੇਰੀ ਹੀ ਉਪਾਸ਼ਨਾ ਕਰਦਾ ਰਹਾਂ, ਇੱਕ ਤੇਰੇ ਹੀ ਨਾਮ ਨੂੰ ਜਪਦਾ ਰਟਦਾ ਰਹਾਂ। ਮੈਨੂੰ ਤੇਰਾ ਦਰ ਛੱਡ ਕੇ ਹੋਰ ਕੋਈ ਦਰ ਨਹੀਂ ਦਿਸਦਾ ਸੁਝਦਾ। ਤੁਧ ਜਿਹਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਜਿਸ ਅੱਗੇ ਮੈਂ ਝੁਕਾਂ ਤੇ ਝੁਕ ਝੁਕ ਕੇ ਸਲਾਮਾਂ ਨਮਸਕਾਰਾਂ ਪ੍ਰਣਾਮਾਂ ਕਰਾਂ। ਮੈਂਡਾ ਇੱਕੋ ਮਾਲਕ ਤੂੰ ਹੈ, ਅਤੇ ਤੈਂਡਾ ਹੀ ਇੱਕੋ ਨਾਮ ਹੈ, ਜੋ ਮੈਂਡੇ ਮੁਖ ਵਿੱਚ ਜਪਣ ਉਚਾਰਨ ਲਈ ਸਦਾ ਸਹਾਰਾ ਹੈ। ਤੇਰੇ ਇੱਕੈ ਨਾਮ ਦੀ ਮੈਂ ਉਪਾਸ਼ਨਾ ਕਰਦਾ ਰਹਾਂ, ਤੇਰਾ ਇੱਕੋ ਨਾਮ ਹੀ ਮੈਂ ਮੁਖ ਰਸਨਾ ਕਰਕੇ ਰਟਦਾ ਰਹਾਂ। ਤੈਂਡੇ ਨਾਮ ਬਿਨਾ ਹੋਰ ਦੂਜੀ ਉਪਾਸ਼ਨਾ ਸਭ ਨਾਸਤ ਹੈ। ਤੈਂਡੇ ਨਾਮ ਜਪਣ ਸਿਮਰਨ ਰੂਪੀ ਕਰਮ ਬਿਨਾ ਹੋਰ ਕਰਮ ਕਰਨਾ, ਹੋਰ ਧਰਮ ਧਾਰਨਾ ਮੇਰੇ ਲਈ ਸ਼ਰਮ ਭਰੀ ਮੂੜਤਾ ਹੈ। ਭਾਵ ਗੁਰਮਤ ਨਾਮ ਅਭਿਆਸੀਆਂ ਨੂੰ ਗੁਰਮਤ ਨਾਮ ਅਭਿਆਸ ਰੂਪੀ ਕਰਮ ਬਾਝੋਂ
ਆਨ ਕਰਮ ਆਨਮਤ ਧਰਮ ਦੇ ਕਰਮਾਂ ਨੂੰ ਕਰਦਿਆਂ ਲੱਜਿਆ ਆਉਂਦੀ ਹੈ, ਕਿਉਂਕਿ ਉਹ ਗੁਰਮਤਿ ਨਾਮ ਅਭਿਆਸ ਰੂਪੀ ਕਰਮ ਦੇ ਸਾਹਮਣੇ ਬੜੇ ਹੀ ਨਿਚਲੇ ਦਰਜੇ ਦੇ ਕਰਮ ਹਨ। ਰਹਾਓ। ਕਈ ਸ਼ੁਸ਼ਕ ਬੁੱਧੀ ਵਾਲੇ ਲੋਕ ਸਿੱਧਾਂ ਦੇ ਸੇਵਕ ਉਪਾਸ਼ਕ ਬਣਦੇ ਹਨ ਅਤੇ ਸਿੱਧ ਪੀਰ ਬਣਿਆ ਲੋਚਦੇ ਹਨ ਤੇ ਰਿੱਧੀਆਂ ਸਿੱਧੀਆਂ ਮੰਗਦੇ ਹਨ, ਪਰ ਨਾਮ ਦੇ ਆਸ਼ਕਾਂ ਉਪਾਸ਼ਕਾਂ ਦੇ ਨਿਕਟ ਇਹ ਰਿੱਧੀਆਂ ਸਿੱਧੀਆਂ ਸਭ ਹੇਚ ਅਤੇ ਤੁੱਛ ਹਨ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਅੱਗੇ ਇਹੀ ਜੋਦੜੀ ਕਰਦੇ ਹਨ ਕਿ ਹੇ ਵਾਹਿਗੁਰੂ, ਮੈਨੂੰ ਤੇ ਮੇਰੇ ਘਰ ਦੇ ਗੁਰਸਿੱਖਾਂ ਨੂੰ ਇੱਕ ਤੇਰਾ ਨਾਮ ਨਾ ਵਿਸਰੇ, ਤੇਰਾ ਇੱਕੋ ਨਾਮ ਕਦੇ ਨਾ ਵਿਸਰੇ, ਜੋ ਸੱਚ ਇੱਕੋ ਗੁਰੂ ਦੀ ਸੱਚੀ ਦੀਖਿਆ ਦੁਆਰਾ, ਗੁਰੂ ਦੀ ਸੱਚੀ ਮਤਬੁੱਧ ਦੁਆਰਾ ਪ੍ਰਾਪਤ ਹੁੰਦਾ ਹੈ। ਭਾਵ ਇੱਕੋ ਗੁਰਮਤਿ ਨਾਮ ਕਦੇ ਨਾ ਵਿਸਰੇ, ਪਰ ਨਾ ਵਿਸਰੇ। ਇਸ ਨਾਮ ਦੇ ਤੁਲ ਰਿੱਧੀਆਂ ਸਿੱਧੀਆਂ ਕੀ ਚੀਜ਼ ਹਨ? ਕੁਝ ਵੀ ਨਹੀਂ। ਇਹ ਰਿੱਧੀਆਂ ਸਿੱਧੀਆਂ ਸਤਨਾਮ ਦੀਆਂ ਦਾਸੀਆਂ ਹਨ। ਨਾਮ ਜਪਣ ਵਾਲਿਆਂ ਨਾਮ ਅਭਿਆਸੀਆਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ, ਪਰ ਨਾਮ ਅਭਿਆਸੀ ਗੁਰਮਤਿ ਨਾਮ ਅਭਿਆਸੀ ਜਨ ਇਹਨਾਂ ਨੂੰ ਸਿਆਣਦੇ ਨਹੀਂ ਕਿ ਕਿਸ ਬਾਗ ਦੀਆਂ ਮੂਲੀਆਂ ਹਨ। ਜੋਗ ਸਾਧਣ ਵਾਲੇ ਜੋਗੀ ਲੋਕ ਅਤੇ ਭੋਗ ਭੋਗਣ ਵਾਲੇ ਭੋਗੀ ਲੋਕ ਅਤੇ ਲੀਰਾਂ ਦੇ ਚੋਲੇ ਪਾਉਣ ਵਾਲੇ ਫਕੀਰ ਲੋਕ ਐਵੇਂ ਵਾਹੀਆਤ ਹੀ ਦੇਸਾਂ ਵਿਦੇਸਾਂ ਵਿੱਚ ਭੌਂਦੇ ਫਿਰਦੇ ਹਨ, ਪਰ ਉਹਨਾਂ ਨੂੰ ਲੱਭਤ ਕੁਝ ਨਹੀਂ ਹੁੰਦੀ। ਉਹ ਬਦਕਿਸਮਤ ਜੇ ਗੁਰ ਕਾ ਗੁਰੂ ਘਰ ਦਾ ਸ਼ਬਦ ਗੁਰਮੰਤਰ ਗੁਰਦੀਖਿਆ ਦੁਆਰਾ ਲੈ ਲੈਣ ਤਾਂ ਉਹਨਾਂ ਨੂੰ ਘੱਟ ਅੰਤਰ ਤਤਸਾਰ ਵਸਤੂ ਪਦਾਰਥ ਲੱਭ ਪਵੇ, ਪਰ ਉਹਨਾਂ ਦੀ ਕਿਸਮਤ ਵਿੱਚ ਗੁਰ ਸ਼ਬਦ ਚੀਨਣਾ ਲਿਖਿਆ ਹੋਇਆ ਹੀ ਨਹੀਂ। ਉਹ ਗੁਰ ਸ਼ਬਦ ਚੀਨਦੇ ਹੀ ਨਹੀਂ। ਚੀਨਣ ਤਾਂ ਜੇ ਗੁਰ ਕੀ ਸ਼ਰਨੀ ਆਉਣ। ਉਹ ਤਾਂ ਆਪਣੇ ਅਹੰਕਾਰ ਦੇ ਮੱਤੇ ਹੋਏ ਦੂਰ ਦੂਰ ਹੀ ਭੱਜੇ ਫਿਰਦੇ ਹਨ, ਪਏ ਦਿਸੰਤਰੀ ਭਟਕਦੇ ਭਰਮਦੇ ਹਨ। ਹੁਣ ਪੰਡਤਾਂ ਪਾਧੇ ਜੋਤਸ਼ੀਆਂ ਦੀ ਗੱਲ ਲਵੋ, ਉਹ ਉਦੋਂ ਵੀ ਰਹੇ ਹੋਏ ਹਨ, ਰਹਿ ਖੜੋਤੇ ਹੋਏ ਹਨ, ਨਿਤ ਪੁਰਾਣਾਂ ਨੂੰ ਪੜ੍ਹਦੇ ਹਨ, ਪਰ ਭੰਬਲ ਭੂਸੇ ਹੀ ਖਾਂਦੇ ਹਨ। ਸੱਚੇ ਪਦਾਰਥਮਈ ਸੱਚੀ ਵਸਤੂ ਤਾਂ ਅੰਤਰ ਆਤਮੇ ਹੀ ਹੈ, ਜਿਸ ਨੂੰ ਉਹ ਬਾਹਰ ਭਾਲਦੇ ਫਿਰਦੇ ਹਨ ਅਤੇ ਜਿਸ ਬ੍ਰਹਮ ਨੂੰ ਆਪਣੀ ਪੁਰਾਣਕ ਵਿਦਿਆ ਕੁਵਿਦਿਆ ਦੇ ਆਸਰੇ ਬਾਹੇ ਮੁਖੀ ਹੋ ਕੇ ਬਾਹਰੋਂ ਹੀ ਢੂੰਡਦੇ ਹਨ। ਉਹ ਬ੍ਰਹਮ ਤਾਂ ਘਟਾਂ ਅੰਦਰ ਗੁਪਤ ਲੁਕਿਆ ਬੈਠਾ ਹੈ, ਪਰ ਇਹ ਗੁਰਮਤਿ ਜੁਗਤੀ ਨਾਲ ਹੀ, ਗੁਰਮਤਿ ਸ਼ਬਦ ਕਰਮ ਦੀ ਜੁਗਤੀ ਨਾਲ ਹੀ ਗੁਪਤੋਂ ਪ੍ਰਗਟ ਹੁੰਦਾ ਹੈ। ਗੁਰਮਤਿ ਨਾਮ ਦੀ ਕਮਾਈ ਕੀਤਿਆਂ ਘਟ ਅੰਤਰੋਂ ਹੀ ਪ੍ਰਗਟ ਹੋ ਜਾਂਦਾ ਹੈ। ਜੋਤ ਸ਼ਿਗੁਫਤਾ ਹੋ ਕੇ ਪ੍ਰਕਾਸ਼ਿਤ ਹੋ ਜਾਂਦਾ ਹੈ। ਪੁਰਾਣਾਂ ਦੀ ਪੜ੍ਹਾਈ ਅੰਦਰ ਇਸ ਗੁਰਮਤਿ ਗੂੜ ਭੇਦ ਦਾ ਨਮੂਦ ਵੀ ਨਹੀਂ। ਅਨੇਕਾਂ ਤਪੱਸਿਆ ਕਰਨ ਵਾਲੇ ਤਪਸੀ ਲੋਕ ਹਨ, ਜੋ ਤਪੱਸਿਆ ਕਰਨ ਹਿਤ ਬਨਾਂ ਵਿਖੇ ਅਤੇ ਤੀਰਥਾਂ ਦੇ ਤਟਾਂ ਉੱਤੇ ਜਾਏ ਬਸਦੇ ਹਨ, ਘਰ-ਬਾਰ ਨੂੰ ਛੱਡ ਕੇ, ਪਰ ਤਪ ਕੀਤਿਆਂ ਤਾਮਸ ਤਮੋ ਗੁਣ ਹੀ ਵੱਧਦਾ ਹੈ। ਉਹ ਤਪਸੀ ਤਮੋ ਗੁਣੀ ਕ੍ਰੋਧੀ ਹੀ ਹੋ ਜਾਂਦੇ ਹਨ ਅਤੇ ਤਾਮਸੀ ਵੀ ਪੁੱਜ ਕੇ ਅਤੇ ਪਰਲੇ ਦਰਜੇ ਦੇ ਹੁੰਦੇ ਹਨ। ਉਹ ਤਾਮਸੀ ਆਤਮ ਪਦਾਰਥ ਪਰਮਾਤਮ ਪਦ ਨੂੰ ਆਪਣੇ ਅੰਦਰ ਨਹੀਂ ਚੀਨ ਲੱਗ ਸਕਦੇ, ਤਾਂ ਫਿਰ ਉਪਰਾਮਤਾ ਉਦਾਸੀਨਤਾ ਮਈ ਗ੍ਰਸਤ ਦਾ ਤਿਆਗ ਉਹਨਾਂ ਨੇ ਕਾਹਦੇ ਲਈ ਕੀਤਾ? ਇਸ ਤਿਆਗ ਨੂੰ ਹੀ ਲਾਜ ਲਾਈ, ਆਪਣੇ ਤਿਆਗ ਵੈਰਾਗ ਨੂੰ ਹੀ ਹਾਸੋਹੀਣਾ ਕੀਤਾ। ਅਣਗਿਣਤ ਐਸੇ ਪੁਰਸ਼ ਹਨ ਜੋ ਹਠ ਨਿਗ੍ਰਹਿ ਕਰ ਆਪਣੇ ਬੀਰਜ ਨੂੰ ਕਾਇਮ ਰੱਖਣ ਵਿੱਚ ਹੀ ਆਪਣੇ ਆਪ ਨੂੰ ਪੁਗੇ ਹੋਏ ਸਮਝਦੇ ਹਨ ਅਤੇ ਇਸ ਬਿੰਦ ਨੂੰ ਰੋਕ ਕੇ ਜਤੀ ਸਦਾਵਣ ਦੀ ਵਡਿਆਈ ਵਿੱਚ ਹੀ ਫੁੱਲੇ ਅਤੇ ਭੁੱਲੇ ਫਿਰਦੇ ਹਨ ਅਤੇ ਆਵਾ ਗਾਉਣ ਦੇ ਗੇੜ ਵਿੱਚ ਭਰਮ ਭਰਮ ਚੋਟਾਂ ਖਾਂਦੇ ਹਨ। ਉਹਨਾਂ ਭਰਮ ਭੁੱਲਿਆਂ ਦਾ ਛੁਟਕਾਰਾ ਨਿਸਤਾਰਾ ਵੀ ਗੁਰ ਸ਼ਬਦ ਦੀ ਪਾਰਸ ਕਮਾਈ ਬਿਨਾ ਨਹੀਂ ਹੋ ਸਕਦਾ। ਕਿਤੇ ਭਾਗ ਖੁੱਲਣ ਤਾਂ ਗੁਰ ਸ਼ਰਨਾਈ ਆਵਣ, ਗੁਰੂ ਘਰ ਤੋਂ ਗੁਰ ਦੀਖਿਆ ਗੁਰ ਮੰਤਰ ਪ੍ਰਾਪਤ ਕਰਨ, ਫੇਰ ਗੁਰ ਮੰਤਰ ਦੀ ਅਥੱਕ ਕਮਾਈ ਕਰਨ, ਤਾਂ ਜਾ ਕੇ ਉਹਨਾਂ ਦਾ ਨਿਸਤਾਰਾ ਛੁਟਕਾਰਾ ਹੋਵੇ। ਵਿਰਲੇ ਵਡਭਾਗੇ ਗੁਰਸਿੱਖਾਂ ਸੇਵਕਾਂ ਦੀ ਬਹੁਲਤਾ ਵੀ ਐਸੀ ਹੈ ਜੋ ਗ੍ਰਸਤੀ ਹੁੰਦੇ ਹੋਏ ਘਰ ਅੰਦਰ ਹੀ ਰਹਿ ਕੇ ਗੁਰ ਦੀਖਸ਼ਾਏ ਗੁਰ ਮੰਤਰ ਨਾਮ ਦੀ ਸਿਮਰਨ ਰੂਪੀ ਸੇਵ ਅਭਿਆਸ ਕਮਾਈ ਨੂੰ ਸਾਧਦੇ ਹੋਏ ਗੁਰਮਤ ਦੇ ਪੱਕੇ ਧਾਰਨੀ ਬਣੇ ਹੋਏ ਹਨ, ਗੁਰਮਤੀ ਲੱਗੇ ਹੋਏ ਹਨ। ਉਹਨਾਂ ਨੇ ਨਾਮਦਾਨ ਇਸ਼ਨਾਨ ਦੀ ਗੁਰਮਤ ਰਹਿਣੀ ਗੁਰੂ ਘਰ ਦੀ ਰਹਿਤ ਮਰਿਆਦਾ ਦ੍ਰਿੜ ਕਰਕੇ ਧਾਰਨ ਕੀਤੀ ਹੋਈ ਹੈ। ਇਸ ਵਿਧ ਕੀਤੀ ਗੁਰ ਭਗਤੀ ਦੁਆਰਾ ਉਹਨਾਂ ਨੂੰ ਘਰ ਵਿੱਚ
ਸੱਚੇ ਸੁਹਾਗ ਭਾਗ ਦੀ ਜਾਗ ਸੁਜਾਗੀ ਜਾਗ ਲੱਗ ਜਾਂਦੀ ਹੈ। ਇਸ ਬਿਧ ਗੁਰੂ ਦੁਆਰਾ ਗੁਰਮਤਿ ਨਾਮ ਦੀ ਕਮਾਈ ਕੀਤਿਆਂ ਇੱਥੇ ਹੀ ਇਸ ਲੋਕ ਵਿਖੇ ਹੀ ਸੱਚੇ ਦਰ ਘਰ ਦਾ ਜਾਣੂ ਹੋ ਜਾਈਦਾ ਹੈ ਅਤੇ ਅੱਗੇ ਜਾ ਕੇ ਵੀ ਇਸੇ ਜਾਣ ਪਛਾਣ ਦੀ ਨਿਸ਼ਾਨੀ ਦੁਆਰਾ ਸੱਚੜਾ ਦੁਆਰਾ ਸੱਚਖੰਡ ਦਰਬਾਰ ਸਿਆਣ ਲਈਦਾ ਹੈ। ਸਿਆਣ ਕੇ ਛੜਪ ਹੀ ਉਸੇ ਦੁਆਰੇ ਜਾ ਵੜੀਦਾ ਹੈ ਜਿੱਥੋਂ ਹੋੜਨ ਹਟਕਣ ਵਾਲਾ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦੀ ਪਹੁੰਚ ਨਾਲ ਧੁਰ ਪਹੁੰਚਿਆ ਹੋਇਆਂ ਨੂੰ ਧੁਰ ਸੱਚਖੰਡ ਪਹੁੰਚ ਕੇ ਵੀ ਸੱਚੜਾ ਨਾਮ ਨਹੀਂ ਵਿਸਰਦਾ। ਐਸਾ ਉਹਨਾਂ ਦੀ ਆਤਮਾ ਅੰਦਰ ਉਹ ਨਾਮ ਧਸਿਆ ਅਤੇ ਰਸਿਆ ਹੋਇਆ ਹੁੰਦਾ ਹੈ। ਇਸ ਗੁਰਵਾਕ ਵਿਆਖਿਆ ਦੁਆਰਾ ਆਨਮਤ ਕਰਮਾਂ ਉੱਪਰ ਗੁਰਮਤ ਕਰਮ ਦੀ ਸਰਫਰਾਜ਼ੀ, ਉਚਤਾ ਅਤੇ ਫਜ਼ੀਲਤ ਵਡਿਆਈ, ਆਨਮਤ ਕਰਮਾਂ ਦੀ ਨਿਪੁੰਸਕਤਾ ਅਤੇ ਗੁਰਮਤ ਕਰਮ ਦੀ ਮਹਾਨਤਾ ਭਲੀ ਪ੍ਰਕਾਰ ਸਿੱਧ ਹੋ ਗਈ। ਅਗਲੇ ਗੁਰਵਾਕ ਅੰਦਰ ਤ੍ਰੈਗੁਣੀ ਮਾਇਆ ਵਿੱਚ ਭਰਮ ਭੁੱਲੇ ਕਰਮਾਚਾਰੀਆਂ ਦਾ ਵਿਸਥਾਰ ਹੈ। ਇਹਨਾਂ ਤੋਂ ਵਿਲੱਖਣ ਗੁਰਮਤ ਕਰਮਾਂ ਦੀ ਸ੍ਰੇਸ਼ਟਤਾ ਹੈ। ਮਹਲਾ ਤੀਜਾ। ਤ੍ਰੈਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ। ਪੰਡਿਤ ਭੁੱਲ ਭੁੱਲ ਮਾਇਆ ਵੇਖੈ, ਦਿਖਾ ਕਿਨੈ ਕਿਹੁ ਆਣ ਚੜਾਇਆ। ਦੂਜੈ ਭਾਏ ਪੜ੍ਹੈ ਨਿਤ ਬਿਖਿਆ, ਨਾਮੋਂ ਦਈ ਖੁਆਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਛਾਦਨ ਭੋਜਨ ਨਾ ਲੈ ਹੀ ਸਤ ਭਿਖਿਆ, ਮਨ ਹਠ ਜਨਮ ਗਵਾਇਆ। ਏਤੜਿਆਂ ਵਿੱਚੋਂ ਸੋ ਜਨ ਸਮਝਾ, ਜਿਨ ਗੁਰਮੁਖ ਨਾਮ ਧਿਆਇਆ। ਜਨ ਨਾਨਕ ਕਿਸਨੋਂ ਆਖ ਸੁਣਾਈਐ, ਜਾਂ ਕਰਦੇ ਸਭ ਕਰਾਇਆ। ਗੁਜਰੀ ਕੀ ਵਾਰ। ਵਿਆਖਿਆ। ਦ੍ਰਿਸ਼ਟਮਾਨ ਪਸਾਰਾ ਸਭ ਤ੍ਰੈਗੁਣੀ ਮਾਇਆ ਦਾ ਹੈ। ਇਸ ਦੇ ਭਰਮ ਭੁਲਾਵੇ ਵਿੱਚ ਬੜੇ ਬੜੇ ਦੇਵਤੇ ਫਸ ਕੇ ਤ੍ਰੈਗੁਣੀ ਮਾਇਆ ਦੇ ਹੀ ਕਰਮ ਕਮਾਉਣ ਵਿੱਚ ਪ੍ਰਵਿਰਤ ਹੁੰਦੇ ਰਹੇ। ਤ੍ਰੈਗੁਣੀ ਮਾਇਆ ਨੂੰ ਦੇਖ ਕੇ ਇਉਂ ਭਰਮ ਭੁੱਲੇ ਹੋਏ ਮਾਇਆ ਵਿੱਚ ਹੀ ਗਲਤਾਨ ਹੋ ਗਏ। ਜਿਵੇਂ ਦੀਵੇ ਦੀਪਕ ਨੂੰ ਦੇਖ ਕੇ ਪਤੰਗਾ ਰਚ ਪਚ ਕੇ ਮਰ ਜਾਂਦਾ ਹੈ। ਵੇਦ ਵੇਤੇ ਪੰਡਿਤ ਜਨ ਮਾਇਆ ਦੇ ਇਤਨੇ ਲਾਲਚੀ ਹਨ ਕਿ ਉਹਨਾਂ ਦੀ ਸੁਰਤੀ ਸਦਾ ਮਾਇਆ ਦੇ ਚੜਾਵੇ ਵਿੱਚ ਹੀ ਰਹਿੰਦੀ ਹੈ। ਜਦੋਂ ਕੋਈ ਚੜਾਵਾ ਚੜਾਉਂਦਾ ਹੈ ਉਦੋਂ ਹੀ ਉਹ ਉਸਰ ਉਸਰ ਕੇ ਦੇਖਦੇ ਹਨ ਕਿ ਕਿੰਨੀ ਕੁ ਮਾਇਆ ਚੜਾਈ ਹੈ, ਕਿਉਂਕਿ ਉਹ ਦੂਜੇ ਭਾਏ ਦੀ ਵਿਖਿਆ ਵਾਲੀ ਵਿਦਿਆ ਹੀ ਨਿਤ ਪੜ੍ਹਦੇ ਪੜਾਉਂਦੇ ਹਨ। ਇਸ ਕਰਕੇ ਵਿਖਿਆ ਮਤੀ ਸੁਰਤ ਬਿਰਤ ਉਹਨਾਂ ਦੀ ਹੋ ਜਾਂਦੀ ਹੈ। ਉਹਨਾਂ ਬਿਖਮਤਿਆਂ ਦੀ ਪੂਰਬਲੀ ਕਰਨੀ ਹੀ ਐਸੀ ਹੈ ਕਿ ਉਹਨਾਂ ਦੇ ਇਸ ਜਨਮ ਵਿੱਚ ਵੀ ਬਿਖ ਮਾਇਆ ਵਿੱਚ ਖੁਆਰੀ ਹੀ ਲਿਖੀ ਹੋਈ ਹੈ। ਨਾਮ ਵੱਲੋਂ ਇਹਨਾਂ ਦੀ ਸੁਰਤੀ ਹੀ ਭਵਾ ਛੱਡੀ ਹੈ। ਕਰਮ ਵਿਧਾਤੇ ਨਿਰੰਕਾਰ ਨੇ। ਨਾਮ ਵੱਲੋਂ ਪੁਆਟਣੀਆਂ ਖਾਣ ਵਾਲਿਆਂ ਦੀ ਇਹੋ ਗਤੀ ਹੁੰਦੀ ਹੈ। ਆਨਮਤੀ ਭੇਖਾਂ ਦੇ ਫਿਰਕੇ ਜੋਗੀ ਜੰਗਮ ਸੰਨਿਆਸੀ ਸਭ ਭਰਮ ਦੇ ਹੀ ਭੁੱਲੇ ਫਿਰਦੇ ਹਨ। ਤ੍ਰੈਗੁਣੀ ਮਾਇਆ ਦੇ ਕਰਮ ਕਰ ਕਰ ਤਿਨਾਂ ਸਭਨਾਂ ਦਾ ਮਾਣ ਹੰਕਾਰ ਹੀ ਵੱਧਦਾ ਹੈ। ਤੇੜ ਦੇ ਢੱਕਣ ਲਈ ਕਪੜਾ ਅਤੇ ਉਦਰ ਪੂਰਨ ਲਈ ਅੰਨ ਭੋਜਨ, ਇਹ ਦੋਵੇਂ ਪਿਛਿਆਵਾਂ ਹੀ ਭੀਖਕਾਂ ਦੇ ਦੇਣ ਲੈਣ ਲਈ ਸ਼ੋਭਨੀਕ ਹਨ। ਇਹ ਤਾਂ ਉਹ ਲੈਂਦੇ ਨਹੀਂ। ਹਠ ਕਰਮੀ ਬਣ ਕੇ ਆਪਣਾ ਜੀਵਨ ਜਨਮ ਅਕਾਰਥ ਗਵਾਉਂਦੇ ਹਨ। ਇਤੜਿਆਂ ਸਮੂਹ ਕਰਮਾਚਾਰੀਆਂ ਵਿੱਚੋਂ ਭੁੱਲਾ ਹੋਇਆ ਮਾਰਗ ਉਹੀ ਪੈਂਦਾ ਹੈ। ਉਹ ਸ੍ਰੇਸ਼ਟ ਕਰਮੀ ਹੈ ਜਿਸ ਨੇ ਵਾਹਿਗੁਰੂ ਨਾਮ ਨੂੰ ਧਿਆਇਆ ਹੈ। ਸਭ ਆਪਣੇ ਪੂਰਬਲੇ ਕਰਮ ਦਾ ਫਲ ਹੀ ਭੁਗਤਦੇ ਹਨ। ਭੁਗਤਾਉਣ ਹਾਰਾ ਗੁਰੂ ਕਰਤਾਰ ਹੈ, ਜਿਸ ਦੇ ਅੱਗੇ ਚਾਰਾ ਕਿਸੇ ਦਾ ਕੁਝ ਨਹੀਂ ਚੱਲਦਾ। ਗੁਰੂ ਸਾਹਿਬ ਨੇ ਭਰਮ ਭੁੱਲੇ ਕਰਮਾਚਾਰੀਆਂ ਪਰਥਾਏ ਇਉਂ ਫਰਮਾਇਆ ਹੈ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈਗੁਣ ਭੁੱਲੇ, ਹਉਮੈ ਮੋਹ ਵਧਾਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੈ ਭਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨ ਪਾਇਆ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਈ ਜਨ ਸਮਝੇ, ਜੇ ਆਪੇ ਬਖਸ਼ ਮਿਲਾਇਆ। ਵਾਰ ਬਿਲਾਵਲ। ਸ਼ਲੋਕ ਮਹਲਾ ਤੀਜਾ। ਇਸ ਗੁਰ ਪ੍ਰਮਾਣ ਦੁਆਰਾ ਇਹ ਗੱਲ ਵੀ ਸਿੱਧ ਹੋ ਗਈ ਕਿ ਬ੍ਰਹਮਾ ਬਿਸ਼ਨ ਮਹੇਸ਼, ਜਿਨ੍ਹਾਂ ਨੂੰ ਹਿੰਦੂ ਆਨਮਤੀ ਲੋਕ ਵੱਡੇ ਕਹਿ ਕੇ ਮੰਨਦੇ ਹਨ, ਉਹ ਦ੍ਰਿਸ਼ਟਮਾਨ ਮਾਇਆ ਦੇ ਤ੍ਰੈ ਗੁਣ ਹੀ ਹਨ। ਇਹ ਤਿੰਨੇ ਦੇਵਤੇ ਮਾਇਆ ਤ੍ਰੈ ਗੁਣਾਂ ਦਾ ਪੁੰਜ ਐਂਬੋਡੀਮੈਂਟ ਹਨ। ਇਹਨਾਂ ਤ੍ਰੈ ਗੁਣੀ ਦੇਵਤਿਆਂ ਦੇ ਉਪਾਸ਼ਕਾਂ ਨੂੰ ਛੁੱਟ ਮਾਇਆ ਵਿਹਾਜਣੀ ਮਮਤਾ ਦੇ ਹੋਰ ਕੁਝ ਪੱਲੇ ਨਹੀਂ ਪੈਂਦਾ। ਤਾਂ ਤੇ ਸਿੱਧ ਹੋਇਆ
ਕਿ ਆਨਮਤ ਕਰਮਾਚਾਰੀ ਸਭੇ ਹੀ ਰਸਾਤਲ ਜਾਣ ਵਾਲੇ ਕਰਮ ਕਮਾਉਂਦੇ ਹਨ। ਨਾਮ ਰਤੇ ਗੁਰਮੁਖ ਜਨ ਹੀ ਸ੍ਰੇਸ਼ਟ ਕਰਮਾਚਾਰੀ ਹਨ, ਜਿਨ੍ਹਾਂ ਨੂੰ ਗੁਰੂ ਦੀ ਸੁਮੱਤ ਹੈ। ਬਸ ਇਹਨਾਂ ਦਾ ਹੀ ਨਿਸਤਾਰਾ ਅਤੇ ਆਵਾਗਾਉਣ ਤੋਂ ਛੁਟਕਾਰਾ ਹੋਣਾ ਹੈ। ਅਗਲੇ ਗੁਰਵਾਕ ਅੰਦਰ ਇਹ ਵਰਣਨ ਹੈ ਕਿ ਕਰਮਕਾਂਡ ਕਰਨ ਵਾਲੇ ਕਰਮਕਾਂਡੀਆਂ ਦੇ ਕਰਮ ਕਾਂਡੀਆਂ ਨੂੰ ਭਰਮ ਵਿੱਚ ਹੀ ਰੱਖਦੇ ਹਨ, ਜਿਸ ਕਰਕੇ ਤਿਨਾਂ ਦਾ ਆਵਾਗਮਨ ਬਣਿਆ ਹੀ ਰਹਿੰਦਾ ਹੈ। ਇਹਨਾਂ ਸਾਰੇ ਭਰਮਾਂ ਕਰਮਾਂ ਤੋਂ ਸ੍ਰੇਸ਼ਟ ਸਰਬੋਤਮ ਕਰਮ ਸਰਬ ਸੁਖ ਦੇਣ ਵਾਲਾ ਗੁਰਮਤਿ ਨਾਮ ਅਭਿਆਸ ਕਰਮ ਹੀ ਹੈ, ਜੋ ਸਭ ਕਰਮਾਂ ਤੋਂ ਸਰਬੋਤਮ ਕਰਮ ਹੈ। ਯਥਾ ਗੁਰਵਾਕ। ਸੋਰਠ ਮਹੱਲਾ ਪਹਿਲਾ ਤਿਤੁਕੀ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਰਹਾਓ। ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਚੂਕਈ ਭਾਈ, ਅੰਤਰ ਮੈਲ ਵਿਕਾਰੀ, ਇਨ ਬਿਦ ਡੂਬੀ ਮਾਕੁਰੀ ਭਾਈ, ਊਂਡੀ ਸਿਰ ਕੈ ਭਾਰੀ। ਦੁਰਮਤ ਘਣੀ ਵਿਗੂਤੀ ਭਾਈ, ਦੂਜੈ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮੈ ਭਰਮ ਨਾ ਜਾਈ, ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗ ਨ ਪਾਈ, ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ, ਕੂੜ ਬੋਲ ਬਿਖ ਖਾਈ। ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹੋ ਜਗ ਏਹਾ ਵੱਥ, ਗੁਰ ਬਿਨ ਭਰਮ ਵਿਗੂਚੀਐ ਭਾਈ, ਘਟ ਘਟ ਦਿਓ ਅਲਖ। ਇਹੋ ਜਗ ਤਾਗੋ ਸੂਤ ਕੋ ਭਾਈ, ਦਹ ਦਿਸ ਬਾਧੋ ਮਾਏ, ਬਿਨ ਗੁਰ ਗਾਂਠ ਨ ਛੂਟਈ ਭਾਈ, ਥੱਕ ਕੇ ਕਰਮ ਕਮਾਏ, ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨ ਜਾਏ। ਗੁਰ ਮਿਲਿਆ ਭਉ ਮਨ ਵਸੈ ਭਾਈ, ਭੈ ਮਰਣਾ ਸਚ ਲੇਖ, ਮੱਜਨ ਦਾਨ ਚੰਗਿਆਈਆਂ ਭਾਈ, ਦਰਗਾਹ ਨਾਮ ਵਿਸੇਖ। ਗੁਰ ਅੰਕਸ ਜਿਨ ਨਾਮ ਦੜਾਇਆ ਭਾਈ, ਮਨ ਵਸਿਆ ਚੂਕਾ ਭੇਖ। ਇਹੋ ਤਨ ਹਾਟ ਸਰਾਫ ਕੋ ਭਾਈ, ਵਖਰ ਨਾਮ ਅਪਾਰ, ਇਹੋ ਵਖਰ ਵਪਾਰੀ ਸੋਦੜੈ ਭਾਈ, ਗੁਰ ਸ਼ਬਦ ਕਰੇ ਵਿਚਾਰ, ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਾਪਾਰ। ਵਿਆਖਿਆ। ਅੱਖੀਂ ਡਿੱਠੇ, ਕੰਨੀ ਸੁਣੇ ਸੰਜਾਤੇ ਸਪਰਸੇ ਅਤੇ ਸੁੰਘੇ ਪੰਜੇ ਗਿਆਨ ਇੰਦਰੀਆਂ ਕਰ ਹੰਗੇ ਪਦਾਰਥਾਂ ਦੀ ਪ੍ਰਾਪਤੀ ਲਈ ਜੋ ਆਸਾ ਉਮੈਦ ਤੇ ਇੱਛਾ ਮਨਸਾ ਇਨਸਾਨ ਨੂੰ ਪ੍ਰਬਲ ਹੋ ਕੇ ਲੱਗੀ ਰਹਿੰਦੀ ਹੈ, ਇਹੀ ਬੰਧਨ ਫਾਹੇ ਹਨ, ਜਿਨ੍ਹਾਂ ਦੇ ਫਾਥੇ ਹੋਏ ਆਨਮਤ ਕਰਮੀਏ ਆਨਮਤ ਧਰਮੀਏ ਲੋਕ ਇਨ੍ਹਾਂ ਹੀ ਬੰਧਨਾਵਾਂ ਵਾਲੇ ਬੰਧਕਾਰੀ ਕਰਮ ਧਰਮ ਕਰਨ ਵਿੱਚ ਪਰਵਿਰਤ ਕਰਮ ਕਰਨੇ ਸਿਖਾਉਂਦੇ ਦੜਾਉਂਦੇ ਹਨ। ਇਸ ਪਰਵਿਰਤੀ ਮਾਰਗ ਤੋਂ ਉਤਾਹਾਂ ਉਹ ਉਤਰਦੇ ਹੀ ਨਹੀਂ, ਕਿਉਂਕਿ ਨਿਰਵਿਰਤੀ ਪੱਖ ਦੇ ਪਰਮਾਰਥੀ ਅਦ੍ਰਿਸ਼ਟ ਪਦਾਰਥਾਂ ਦੀ ਉਹਨਾਂ ਨੂੰ ਸੂਝ-ਬੂਝ ਹੀ ਨਹੀਂ। ਦ੍ਰਿਸ਼ਟਮਾਨ ਪਦਾਰਥਾਂ ਵਿੱਚ ਹੀ ਆਨਮਤ ਕਰਮੀ ਧਰਮੀਆਂ ਦੀ ਸੁਰਤੀ ਬਿਰਤੀ ਉਲਝ ਜਾਂਦੀ ਹੈ, ਅਦ੍ਰਿਸ਼ਟ ਮੰਡਲਾਂ ਵੱਲ ਉੱਚਿਆਂ ਹੁੰਦੀ ਹੀ ਨਹੀਂ। ਤ੍ਰੈਗੁਣੀ ਹਵਾਸੇ ਖਮਸਾ ਪੰਜ ਇੰਦਰੇ ਵਾਲੇ ਇਨਸਾਨ ਨੂੰ ਦੇਖੇ ਪਰਖੇ ਸੁਣੇ ਪਰਸੇ ਅਤੇ ਸੁੰਘੇ ਹੰਗੇ ਪਦਾਰਥਾਂ ਦੀ ਲਾਲਸਾ ਤ੍ਰਿਸ਼ਨਾਮਈ ਆਸਾ ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਇਸੇ ਆਸਾ ਤ੍ਰਿਸ਼ਨਾ ਨੂੰ ਪੂਰੀ ਕਰਨ ਦੀ ਕਾਮਨਾ ਹਿਤ ਉਹ ਨਾਨਾ ਪ੍ਰਕਾਰੀ ਕਰਮ ਕਮਾਉਣ ਲਈ ਧੰਮਦੇ ਰਹਿੰਦੇ ਹਨ। ਇਸੇ ਕਰਕੇ ਇਹ ਸਾਰੇ ਤ੍ਰੈਗੁਣੀ ਕਰਮ ਬੰਧਕਾਰੀ ਕਰਮ ਹਨ, ਕਿਉਂਕਿ ਇਹ ਲਾਲਸਾ ਤ੍ਰਿਸ਼ਨਾ ਤੋਂ ਉਪੰਨਾ ਹਉਮੈ ਰੋਗ ਹੋਰ ਵਧਾਉਂਦੇ ਹਨ। ਮਹਿਜ਼ ਇਖਲਾਕੀ ਨੇਕੀ ਵਾਲੇ ਕਰਮ ਪੁੰਨ ਕਰਮ ਕਹਾਉਂਦੇ ਹਨ। ਇਨਸਾਨੀ ਅਲਪਗਤਾ ਦੇ ਸੂਝ ਇਖਲਾਕ ਔਸਤੀ ਦਾਇਰੇ ਵਾਲੇ ਕਰਮ ਪੁੰਨ ਕਰਮ ਕਹਾਉਂਦੇ ਹਨ। ਇਸ ਦਾਇਰੇ ਤੋਂ ਨੀਵੇਂ ਮੰਦ ਆਚਾਰ ਵਾਲੇ ਕਰਮ ਪਾਪ ਕਰਮ ਸਦਾਉਂਦੇ ਹਨ। ਸੱਚੇ ਪਰਮਾਰਥੀ ਗੁਰਮਤਿ ਮੇ ਰਾਜ ਵਾਲੇ ਕਰਮ ਇਨ੍ਹਾਂ ਇਖਲਾਕ ਮੁਹੀਤੀ ਦਾਇਰਿਆਂ ਤੋਂ ਅਪਰੰਪਰ ਹਨ, ਜੋ ਕੇਵਲ ਤ੍ਰੈਗੁਣ ਅਤੀਤ ਗੁਰਮੁਖ ਜਨਾਂ ਦੇ ਕਰਮ ਵਿਰਸੇ ਵਿੱਚ ਹੀ ਆਏ ਹਨ। ਆਮ ਕਰਮਾਚਾਰੀ ਦ੍ਰਿਸ਼ਟ ਮੰਡਲ ਵਾਲੇ ਪੁੰਨ ਕਰਮ ਵੀ ਅਪਰੰਪਰੀ ਕਰਮੱਗਾਂ ਦੇ ਨਿਕਟ ਨਿਚਲੇ ਦਰਜੇ ਦੇ ਕਰਮ ਹਨ। ਸਾਰਾ ਜਗ ਸੰਸਾਰ ਪਾਪ ਪੁੰਨ ਕਰਮਾਂ ਅੰਦਰ ਹੀ ਜਾਇਆ ਜਨਮਿਆ ਹੋਇਆ ਹੈ। ਭਾਵੇਂ ਚੰਗੇ ਕਰਮ ਕਰੇ, ਭਾਵੇਂ ਮੰਦੇ, ਭਾਵੇਂ ਪੁੰਨ ਕਰਮ ਕਰੇ, ਭਾਵੇਂ ਪਾਪ ਕਰਮ ਕਰੇ, ਜਾਂ ਰਲੇ ਮਿਲੇ ਕੁਛ ਪਾਪ ਤੇ ਕੁਛ ਪੁੰਨ ਕਰਮ ਕਰੇ, ਜਨਮਾਂ ਵਿੱਚ ਆਉਂਦਾ ਰਹਿੰਦਾ ਹੈ। ਨਿਰਾ ਪਾਪੀ
ਪਾਪ ਕਰਮੀ ਪੁਰਸ਼ ਨਰਕਾਂ ਵਿੱਚ ਪੈ ਕੇ ਫੇਰ 84 ਦੇ ਵਿੱਚ ਪੈ ਜਾਂਦਾ ਹੈ। ਨਿਰਾ ਪੁੰਨੀ ਪੁਰਸ਼ ਪੁੰਨ ਕਰਕੇ ਸੁਰਗ ਭੋਗ ਕੇ ਫੇਰ ਆਵਾਗਾਉਣ ਨੂੰ ਭੁਗਤਦਾ ਹੈ। ਨਾਮ ਨੂੰ ਵਿਸਾਰ ਕੇ ਇਉਂ ਆਵਾਗਾਉਣ ਸਿਲਸਿਲੇ ਵਿੱਚ ਹੀ ਖੁਆਰ ਹੁੰਦਾ ਰਹਿੰਦਾ ਹੈ। ਬਸ ਨਾਮ ਨੂੰ ਭੁਲਾ ਕੇ ਤਬਾਹ ਹੁੰਦਾ ਹੈ। ਜਗਤ ਵਿਖੇ ਇਹ ਮਾਇਆ ਮੋਹਣੀ ਰੂਪ ਹੋ ਕੇ ਜਗ ਜੀਵਾਂ ਸੰਸਾਰੀਆਂ ਨੂੰ ਮਮਤਾ ਗ੍ਰਸਤ ਮੋਹਿਤ ਕਰ ਰਹੀ ਹੈ। ਮਮਤਾ ਗ੍ਰਸਤ ਹੋਏ ਵੇ ਸੰਸਾਰੀ ਕਰਮਾਚਾਰੀਆਂ ਦੇ ਕੀਤੇ ਕਰਮ ਸਭ ਵਿਚਾਰ ਰੂਪ ਵਿਕਾਰੀ ਕਰਮ ਹਨ। ਕਰਮਾਕਾਰੀ ਬੇਦਾਚਾਰੀ ਪੰਡਿਤ ਨੂੰ ਸਨਮੁਖ ਮੁਖਾਤਬ ਹੋ ਕੇ ਗੁਰੂ ਨਾਨਕ ਸਾਹਿਬ ਇਉਂ ਉਚਾਰਨ ਕਰਦੇ ਹਨ, ਹੇ ਬੇਦ ਅਨੁਸਾਰੀ ਕਰਮ ਧਰਮਾਰੀ, ਕਰਮਾਂ ਦੇ ਕਰਮਾਕਾਰੀ ਪੰਡਿਤ, ਸੱਚਾ ਸੁਖ ਉਪਜਾਉਣ ਵਾਲਾ ਕਰਮ, ਇੱਕੋ ਆਤਮ ਤਤ ਵਿਚਾਰੀ ਕਰਮ, ਗੁਰਮਤਿ ਨਾਮ ਅਭਿਆਸ ਕਮਾਈ ਕਰਮ ਵਾਲਾ ਕਰਮ ਹੀ ਹੈ। ਸ਼ਾਸਤਰਾਂ ਅਤੇ ਵੇਦਾਂ ਦੇ ਬਖਤਾ ਉਪਦੇਸ਼ਟਾ ਹੋ ਕੇ ਤੂੰ ਸੰਸਾਰੀ ਕਰਮ ਕਰਨਹਾਰਾ ਬਣ ਸਕਦਾ ਹੈ, ਕਿਉਂਕਿ ਇਹਨਾਂ ਸ਼ਾਸਤਰ ਵੇਦਾਂ ਦੀ ਵਿਦਿਆ ਅੰਦਰ ਤ੍ਰੈਗੁਣੀ ਕਰਮਾਂ ਦਾ ਹੀ ਵਿਸਥਾਰ ਦ੍ਰਿੜਾਰ ਹੈ। ਤਾਂ ਤੇ ਤ੍ਰੈਗੁਣੀ ਕਰਮਾਂ ਦੇ ਕਰਨ ਸਿਵਾਏ ਹੋਰ ਕਰਮ ਤੂੰ ਕਰ ਹੀ ਨਹੀਂ ਸਕਦਾ, ਅਤੇ ਇਹ ਆਨਮਤ ਕਰਮ ਸਭ ਪਖੰਡ ਕਰਮ ਹਨ। ਇਹਨਾਂ ਪਖੰਡ ਕਰਮਾਂ ਦੇ ਕੀਤਿਆਂ ਪਖੰਡ ਦੀ ਮੈਲ ਚੁੱਕੀ ਨਹੀਂ ਜਾਂਦੀ, ਸਗੋਂ ਚੜ੍ਹਦੀ ਹੈ, ਅਤੇ ਅੰਦਰ ਖਾਨੇ ਵਿਕਾਰਾਂ ਦੀ ਮੈਲ ਵੱਧਦੀ ਹੈ। ਤਾਂ ਤੇ ਕਰਮ ਕਾਂਡੀ ਆਪਣੇ ਕੀਤੇ ਵਿਕਾਰੀ ਕਰਮਾਂ ਦੇ ਜਾਲ ਵਿੱਚ ਫਸ ਕੇ ਆਪ ਹੀ ਤਬਾਹ ਹੋ ਜਾਂਦੇ ਹਨ। ਜਿਵੇਂ ਮਕੜੀ ਹੋਰ ਕੀੜਿਆਂ ਮਕੌੜਿਆਂ ਨੂੰ ਫਸਾਉਣ ਲਈ ਆਪਣੇ ਅੰਦਰ ਹੀ ਪਖੰਡ ਜਾਲ ਦਾ ਤਾਣਾ ਤਣ ਕੇ ਉਹਨਾਂ ਦੇ ਅੰਦਰ ਹੀ ਆਪਣੇ ਪਖੰਡ ਜਾਲੀ ਤਾਣੇ ਵਿੱਚ ਉਲਟੀ ਸਿਰ ਦੇ ਭਾਰ ਹੋ ਕੇ ਮਰ ਜਾਂਦੀ ਹੈ। ਹੇ ਪੰਡਿਤ, ਤੂੰ ਪਖੰਡਮਈ ਦਿਖਾਵੇ ਦੇ ਝੂਠੇ ਕੁੜਾਵੇ ਕਰਮ ਧਰਮ ਕਰਕੇ ਉਹਨਾਂ ਦੇ ਪਖੰਡ ਪਾਪ ਨਾਲ ਆਪਣੀ ਆਤਮਾ ਦਾ ਹੀ ਸਤਿਆਨਾਸ਼ ਕਰਦਾ ਹੈ। ਇਸ ਦੁਰਮਤ ਖੋਟੀ ਮਤ ਨਾਲ ਵਿਗੁੱਚੀ ਹੋਈ ਘਣੀ ਲੁਕਾਈ ਖੀਨ ਖਰਾਬ ਅਤੇ ਖੁਆਰ ਹੋਈ, ਇਹ ਸਭ ਦੂਜੇ ਭਾਏ ਦੇ ਕਰਮਾਂ ਦੀ ਖਰਾਬੀ ਹੈ। ਇਸ ਬਿਧ ਦੀ ਖੁਆਰੀ ਦਾ ਕਾਰਨ ਦੂਜੇ ਭਾਏ ਦੇ ਕਰਮਾਂ ਦੀ ਪਖੰਡ ਗਤੀ ਹੈ, ਜੋ ਸਿਰਫ ਭਰਮਾਂ ਦੇ ਭੁਲਾਵੇ ਵਿੱਚ ਹੀ ਪਾਉਂਦੇ ਹਨ। ਇਹ ਮਨ ਦੇ ਭਰਮ ਭਟਕਣਮਈ ਅਗਿਆਨ ਗੁਰਮਤਿ ਨਾਮ ਤੋਂ ਬਿਨਾਂ ਜਾਂਦੇ ਨਹੀਂ, ਅਤੇ ਸੱਚੇ ਸਤਿਗੁਰੂ ਬਾਝੋਂ ਨਾਮ ਕਦੇ ਨਹੀਂ ਪਾਇਆ ਜਾਂਦਾ। ਗੁਰਮਤਿ ਨਾਮ ਦੁਆਰਾ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਅਤੇ ਇਹ ਸੱਚਾ ਸੁਖ ਸਤਿਗੁਰੂ ਦੇ ਸੇਵਕ ਸਿੱਖ ਬਣਿਆ ਹੀ ਪ੍ਰਾਪਤ ਹੁੰਦਾ ਹੈ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ, ਦੇ ਵਾਕ ਅਨੁਸਾਰ ਸੱਚੇ ਸਤਿਗੁਰ ਦੀ ਸੱਚੀ ਸੇਵਾ ਭਾਉ ਭਗਤੀ ਸਿਮਰਨ ਹੀ ਸਭ ਤੋਂ ਉੱਤਮ ਸਤਿਗੁਰੂ ਸੇਵਾ ਹੈ। ਇਸ ਗੁਰਮਤਿ ਨਾਮ ਰੂਪੀ ਸੱਚੀ ਸੇਵਾ ਦੁਆਰਾ ਨਾ ਸਿਰਫ ਸੱਚੇ ਸੁਖ ਦੀ ਗਤਮਤ ਨਾਜ਼ਲ ਹੁੰਦੀ ਹੈ, ਬਲਕਿ ਜੰਮਣ ਮਰਨ ਦਾ ਆਵਾਗੌਣੀ ਸਿਲਸਿਲਾ ਵੀ ਮਿਟ ਮੁੱਕ ਜਾਂਦਾ ਹੈ। ਸੱਚੇ ਨਾਮ ਦੇ ਸਹਿਜ ਰੰਗਾਂ ਵਿੱਚ ਸਮਾਇਆ ਇਹ ਮਲੀਨ ਮਨ ਦੁੱਧ ਧੋਤਾ ਨਿਰਮਲ ਹੀ ਹੋ ਜਾਂਦਾ ਹੈ। ਕੇਵਲ ਗੁਰੂ ਘਰ ਵਿੱਚ ਹੀ ਗੁਰਮਤਿ ਗ੍ਰਹਿਣ ਕੀਤਿਆਂ ਆਤਮ ਸੁਖ ਦੀ ਸਹਿਜ ਵਿਵਸਥਾ ਨਸੀਬ ਹੁੰਦੀ ਹੈ। ਇਸ ਸਹਿਜ ਅਵਸਥਾ ਨੂੰ ਸੋਈ ਬੁੱਝਦਾ ਹੈ ਜੋ ਗੁਰੂ ਦਾ ਅੰਮ੍ਰਿਤਧਾਰੀ ਸਿੱਖ ਸੇਵਕ ਹੋ ਕੇ ਗੁਰੂ ਦਰਸਾਈ ਅਤੁੱਟ ਸੇਵਾ ਕਰਦਾ ਹੈ। ਸਤਿਗੁਰੂ ਬਾਝੋਂ ਸਤਿਗੁਰ ਦੇ ਸੱਚੇ ਗੁਰਸਿੱਖ ਸੇਵਕ ਬਣੇ ਬਿਨਾਂ ਸੱਚੇ ਪਰਮਾਰਥ ਦੇ ਸੁਮਾਰਗ ਦਾ ਪਤਾ ਨਹੀਂ ਲੱਗਦਾ। ਸੁਮਾਰਗੇ ਪੈ ਹੀ ਨਹੀਂ ਸਕਦਾ ਗੁਰ ਸੁਮੱਤੇ ਲੱਗੇ ਬਿਨਾਂ। ਜਿਸ ਦੇ ਅੰਦਰ ਲੋਭ ਵਿਕਾਰ ਦੀ ਮੈਲ ਹੈ, ਉਹ ਕਾਦੇ ਵਾਸਤੇ ਆਨਮਤ ਪਖੰਡ ਕਰਮ ਕਰਦੇ ਹਨ? ਉਹਨਾਂ ਦੇ ਕਰਮ ਕਰਨ ਦਾ ਕੋਈ ਲਾਭ ਨਹੀਂ। ਉਹ ਕੂੜ ਬੋਲ ਕੇ ਬਿਖ ਜ਼ਹਿਰ ਖਾਂਦਾ ਹੈ। ਹੇ ਕੂੜ ਕਰਮਾਕਾਰੀ ਪੰਡਿਤ, ਦੁੱਧ ਤੋਂ ਜਮਾਏ ਹੋਏ ਦਹੀਂ ਦੁੱਧ ਰਿੜਕੇ ਤੋਂ ਹੀ ਮੱਖਣ ਰੂਪੀ ਤੱਤ ਵਿੱਚੋਂ ਨਿਕਲਦਾ ਹੈ। ਪਾਣੀ ਰਿੜਕੇ ਤੇ ਪਾਣੀ ਹੀ ਨਿਕਲਦਾ ਹੈ। ਇਸੇ ਤਰ੍ਹਾਂ ਨਾਮ ਬਿਨਾਂ ਹੋਰਨਾਂ ਫੋਕੇ ਕਰਮਾਂ ਦੇ ਕੀਤਿਆਂ ਕੋਈ ਸਫਲ ਫਲ ਪ੍ਰਾਪਤ ਨਹੀਂ ਹੁੰਦਾ। ਇਹ ਗੁਰਮਤਿ ਨਾਮ ਅਭਿਆਸ ਰੂਪੀ ਕਰਮ ਹੀ ਹੈ, ਜਿਸ ਦੇ ਕਮਾਇਆ ਸੱਚੇ ਸਫਲ ਫਲੇ ਪਰਮਾਰਥੀ ਫਲ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰੀਆਂ ਦੇ ਸੰਸਾਰੀ ਕਰਮ ਪਾਣੀਓਂ ਪਤਲੇ ਕਰਮ ਹਨ। ਸਤਿਗੁਰੂ ਦਾ ਅੰਮ੍ਰਿਤਧਾਰੀ ਨਾਮ ਗੁਰਮੰਤਰ ਦੀਖਿਆ ਧਾਰੀ ਬਣੇ ਬਿਨਾਂ ਅਤੇ ਸੱਚਾ ਗੁਰਮਤਿ ਨਾਮ ਕਮਾਏ ਬਿਨਾਂ ਹੋਰ ਕਰਮਾਂ ਦੇ ਕੀਤਿਆਂ ਭਰਮਾਂ ਵਿੱਚ ਹੀ ਵਿਗੁੱਚੀਦਾ ਹੈ। ਅਲੱਖ ਪਾਰ ਬ੍ਰਹਮ ਪਰਮੇਸ਼ਰ ਦੀ ਜੋ ਸਭ ਦੇ ਘਟ-ਘਟ ਵਿੱਚ ਵਰਤ ਰਿਹਾ ਹੈ, ਪ੍ਰਾਪਤੀ ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ।
ਗੁਰਮਤਿ ਨਾਮ ਅਭਿਆਸ ਰੂਪੀ ਸੱਚਾ ਸਿਫਤ ਸਲਾਹੀ ਕਰਮ ਕੀਤਿਆਂ ਉਹ ਘਟ ਘਟ ਗੁਪਤਿਓ ਸਮਿਓ ਅਲਖ ਦੇਵ ਘਟ ਅੰਤਰ ਹੀ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਪ੍ਰਤੱਖ ਜਾਪਣ ਲੱਗ ਪੈਂਦਾ ਹੈ। ਇਹ ਜਗਤ ਸੰਸਾਰ ਸੂਤ ਦੇ ਧਾਗੇ ਵਾਂਗ ਹੈ। ਇਸ ਦੇ ਚਾਰ ਚੁਫੇਰੇ ਦਹਿ ਦਿਸ ਮਾਇਆ ਦੇ ਬੰਧਨਾਂ ਦੁਆਰਾ ਗੱਠਾਂ ਬੰਨੀਆਂ ਹੋਈਆਂ ਹਨ। ਸਤਿਗੁਰੂ ਬਾਝੋਂ ਅਤੇ ਗੁਰਮਤਿ ਨਾਮ ਕਰਮ ਕਮਾਏ ਬਾਝੋਂ ਇਹ ਗੱਠਾਂ ਖੁੱਲਦੀਆਂ ਨਹੀਂ। ਬਥੇਰੇ ਕਰਮਾਚਾਰੀ ਕਰਮ ਕਮਾਏ ਥੱਕੇ ਹਨ। ਇਹ ਸਾਰਾ ਜਗ ਅਗਿਆਨ ਭਰਮ ਦਾ ਭੁਲਾਇਆ ਭੰਬਲ ਭੂਸੇ ਖਾਂਦਾ ਫਿਰਦਾ ਹੈ। ਕੁਛ ਕਿਹਾ ਨਹੀਂ ਜਾਂਦਾ, ਅਕਹਿ ਹਾਲਤ ਹੈ। ਗੁਰੂ ਮਿਲੇ ਤੋਂ ਨਿਗੁਰਿਓਂ ਸਗੁਰਾ ਹੋਏ ਤੇ ਵਾਹਿਗੁਰੂ ਦੀ ਭੈ ਭਾਉ ਭਾਵਨੀ ਮਨ ਵਿੱਚ ਵਸਦੀ ਹੈ। ਭੈ ਦੁਆਰਾ ਆਪਾ ਭਾਵ ਦਾ ਅਭਾਵ ਹੋਣਾ ਹੀ ਸੱਚੇ ਸ਼ੁਭ ਭਾਗਾਂ ਵਾਲਾ ਲੇਖ ਹੈ। ਨਾਮ ਦਾਨ ਇਸ਼ਨਾਨ ਇਹ ਗੁਰਮਤਿ ਦੇ ਕਰਮ ਵੱਡੇ ਕੀਆਂ ਵਡਿਆਈਆਂ ਚੰਗਿਆਈਆਂ ਮਈ ਸੱਚਿਆਂ ਸੁੱਚਿਆਂ ਕਰਮੀਆਂ ਵਿੱਚੋਂ ਸ੍ਰੇਸ਼ਟ ਕਰਮੀਆਂ ਵਾਲੇ ਕਰਮ ਹਨ। ਪਰ ਸਭ ਤੋਂ ਵਿਸੇਖ ਅਤੇ ਸ੍ਰੇਸ਼ਟ ਕਰਮ ਨਾਮ ਹੈ, ਜੋ ਦਰਗਾਹ ਅੰਦਰ ਵੀ ਖਾਸ ਵਿਸ਼ੇਸ਼ਤਾ ਸਹਿਤ ਸਫਲ ਫਲਿਆ ਨਾਲੇ ਜਾਣਾ ਹੈ। ਮਸਤ ਹਾਥੀ ਰੂਪੀ ਮਨ ਮੈਗਲ ਨੂੰ ਵਸਗਤ ਕਰਨ ਲਈ ਗੁਰੂ ਦਾ ਬਖਸ਼ਿਆ ਹੋਇਆ ਗੁਰਮਤਿ ਨਾਮ ਰੂਪੀ ਅੰਕਸ ਕੁੰਡਾ ਹੀ ਹੈ। ਇਸ ਗੁਰ ਸ਼ਬਦ ਰੂਪੀ ਅੰਕਸ ਦੇ ਬਾਰੰਬਾਰ ਮਨ ਵਿੱਚ ਮਾਰਨ ਕਰਕੇ ਅਰਥਾਤ ਸਵਾਸ ਸਵਾਸ ਗੁਰਮਤਿ ਨਾਮ ਦਾ ਜੋ ਗੁਰੂ ਦੁਆਰਿਓਂ ਦ੍ਰਿੜ ਹੋਇਆ ਹੈ ਖੰਡਾ ਖੜਕਾਉਣ ਕਰਕੇ ਸਭ ਭਰਮ ਭੇਖੀ ਕਰਮਾਂ ਵਾਲਾ ਪਖੰਡ ਚੁੱਕਿਆ ਜਾਂਦਾ ਹੈ। ਇਹ ਤਨ ਸਰੀਰ ਸੱਚੇ ਸਰਾਫ ਦੀ ਹੱਟੜੀ ਹੈ ਭਾਈ, ਜਿਸ ਵਿੱਚ ਅਪਾਰ ਅਮੁੱਲੇ ਨਾਮ ਦੀ ਵੱਖਰ ਵਿਹਾਜੀ ਦੀ ਹੈ। ਇਸ ਵੱਖਰ ਨੂੰ ਸੋਈ ਵਪਾਰੀ ਵਿਹਾਜਦਾ ਹੈ ਜੋ ਗੁਰ ਸ਼ਬਦ ਗੁਰ ਮੰਤਰ ਨਾਮ ਅਭਿਆਸ ਦੀ ਅਤੁੱਟ ਕਮਾਈ ਕਰਦਾ ਹੈ। ਧਨਤਾ ਯੋਗ ਹੈ ਇਹ ਵਪਾਰੀ ਜੋ ਵਾਹਿਗੁਰੂ ਮਿਲਾਪ ਸੰਦਾ ਸੱਚਾ ਵਪਾਰ ਕਰਦਾ ਹੈ। ਨਹੀਂ ਤਾਂ ਹੋਰ ਪਖੰਡ ਕਰਮਾਂ ਦੇ ਕਰਨਹਾਰੇ ਕੁੜਾਵੇ ਵਪਾਰ ਦੇ ਕੂੜੇ ਵਪਾਰੀ ਹੀ ਹਨ।